ਹੈਲੋ ਦੋਸਤੋ, ਸਿੱਧੀ ਪੰਜਾਬ ਦੇ ਇਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ, ਫਿਰ ਅੱਜ ਹੈ 21 ਦਸੰਬਰ ਤੇ ਅਸੀਂ ਅੱਜ 20 ਤੇ 21 ਦਸੰਬਰ ਦੇ ਪੰਜਾਬ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਲਈ ਜੋ ਇੰਪੋਰਟੈਂਟ ਕਰੰਟ ਅਫੇਅਰਸ ਹੈ ਉਹ ਡਿਸਕਸ ਕਰਨ ਵਾਲੇ ਹਾਂ। ਠੀਕ ਹੈ ਜੀ, ਡਿਸਕਸ਼ਨ ਸ਼ੁਰੂ ਕਰਦੇ ਹਾਂ। ਅੱਜ ਦੇ ਇੰਪੋਰਟੈਂਟ ਟੌਪਿਕਸ ਜਿਹੜੇ ਆਪਾਂ 20 ਤੇ 21 ਦਸੰਬਰ ਦੇ ਜਿਹੜੇ ਟੌਪਿਕ ਡਿਸਕਸ ਕਰਾਂਗੇ ਉਹ ਇਸ ਪ੍ਰਕਾਰ ਨੇ। 20 ਦਸੰਬਰ ਨੂੰ ਤੁਹਾਡੇ ਪੰਜਾਬ ਸਿਵਲ ਸਰਵਿਸਿਜ਼ ਐਗਜ਼ਾਮ ਲਈ ਆਹ ਦੋ ਇੰਪੋਰਟੈਂਟ ਟੌਪਿਕਸ ਆਏ ਸੀ, NRI ਡਾਇਸਪੋਰਾ ਨਾਲ ਰਿਲੇਟਡ ਤੇ ਕੁਝ ਇਨਵਾਇਰਮੈਂਟਲ ਇਸ਼ੂ ਤੇ ਦੋਨੋਂ ਡਿਸਕਸ ਕਰ ਲਵਾਂਗੇ। ਫਿਰ 21 ਦਸੰਬਰ ਦੇ ਇੰਪੋਰਟੈਂਟ ਕਰੰਟ ਅਫੇਅਰ ਆਪਾਂ ਡਿਸਕਸ ਕਰਾਂਗੇ। ਪ੍ਰੋਜੈਕਟ 75 ਜਾਂ INS ਵਾਗੀਰ, ਵੈਰੀ ਇੰਪੋਰਟੈਂਟ ਪ੍ਰੀਲਿਮਸ ਦੇ ਕੁਐਸਚਨ ਆਣਾ ਇਹ ਤੇ ਬਹੁਤ ਲਾਜ਼ਮੀ ਹੈ, ਇਹ ਆਪਾਂ ਡਿਸਕਸ ਕਰਾਂਗੇ ਡਿਟੇਲ 'ਚ। ਫਿਰ NIA ਤੁਹਾਡੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹੜੀ ਕਿ ਬਹੁਤ ਹੀ ਇੰਪੋਰਟੈਂਟ GS3 ਸਿਕਿਉਰਿਟੀ ਲਈ ਤੁਹਾਡੀ ਏਜੰਸੀ ਹੈ। ਇਹ ਤੇ ਮੇਨਸ ਪ੍ਰੀਲਿਮ ਦੋਨਾਂ ਤੇ ਕੁਐਸਚਨ ਆ ਸਕਦਾ, ਤਾਂ ਇਹਨੂੰ ਵੀ ਕਾਫੀ ਡਿਟੇਲ 'ਚ ਆਪਾਂ ਡਿਸਕਸ ਕਰਾਂਗੇ। ਫਾਈਨਲੀ ਇੰਟਰਨੈਸ਼ਨਲ ਈਅਰ ਆਫ ਮਿਲਟਸ ਜਾਂ ਮਿਲਟਸ ਦੀ ਇੰਪੋਰਟੈਂਸ ਬਹੁਤ ਹੀ ਜ਼ਿਆਦਾ ਸਿਗਨੀਫਿਕੈਂਟ ਇਸ਼ੂ ਹੈ ਤੁਹਾਡੇ ਪੰਜਾਬ PCS ਐਗਜ਼ਾਮੀਨੇਸ਼ਨ ਲਈ। ਐਸੇ 'ਚ ਪੁੱਛਿਆ ਜਾ ਸਕਦਾ ਹੈ ਤੁਹਾਨੂੰ। ਇਹ ਮੇਨਸ ਆਨਸਰ ਰਾਈਟਿੰਗਸ 'ਚ GS3 GS1 ਜੋਗ੍ਰਾਫੀ ਜਾਂ ਇਕੋਨਮੀ ਕਿਤੇ ਵੀ ਇਸ ਦੇ ਨਾਲ ਰਿਲੇਟਡ ਕੁਐਸਚਨ ਆ ਸਕਦਾ ਹੈ, ਤਾਂ ਇਹ ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈ। ਤਾਂ ਅੱਜ ਦੀ ਇਹ ਡਿਸਕਸ਼ਨ ਧਿਆਨ ਨਾਲ ਸੁਣੋ, ਤੁਹਾਨੂੰ ਕਾਫੀ ਮਦਦ ਆਉਣ ਵਾਲੀ ਹੈ। ਤੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਗਰ ਹੈ ਤੁਹਾਡਾ ਟਾਰਗੇਟ ਪੰਜਾਬ ਤਾਂ ਫੋਲੋ ਕਰਦੇ ਰਹੋ ਸਿੱਧੀ ਪੰਜਾਬ। ਠੀਕ ਹੈ ਜੀ, ਚਲੋ ਫਿਰ ਅੱਜ ਦੀ ਡਿਸਕਸ਼ਨ ਪਹਿਲੇ ਟੌਪਿਕ ਨਾਲ ਸ਼ੁਰੂ ਕਰਦੇ ਹਾਂ। ਪਹਿਲਾ ਟੌਪਿਕ ਸਾਡੀ ਡਿਸਕਸ਼ਨ ਦਾ ਹੈ ਦ NRI ਮੀਟ। ਤਾਂ ਦੇਖੋ ਜੀ, ਹੁਣੀ ਦਸੰਬਰ ਦੇ ਵਿੱਚ 23 ਤੋਂ 26 ਦਸੰਬਰ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਮੀਟਿੰਗ ਵਿਦ NRI ਪੰਜਾਬੀਜ਼ ਸ਼ੁਰੂ ਕੀਤੀ ਹੈ। ਇਹ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੋ ਡਾਇਸਪੋਰਾ ਨਾਲ ਕਨੈਕਟ ਬਣਾਉਣ ਲਈ। ਡਾਇਸਪੋਰਾ ਕਨੈਕਟ ਤੁਸੀਂ ਦੇਖੋਗੇ GS2 'ਚ, ਇਹ ਬਹੁਤ ਇੰਪੋਰਟੈਂਟ ਤੁਹਾਡਾ ਟੌਪਿਕ ਹੈ IR ਦੇ ਰਿਲੇਸ਼ਨ 'ਚ। ਇਹ ਤੇ ਕੁਐਸਚਨ ਮੇਨਸ 'ਚ ਆਉਂਦੇ ਨੇ। ਠੀਕ ਹੈ ਜੀ, ਤਾਂ ਫਿਰ ਇਹੀ ਇੰਡੀਅਨ ਡਾਇਸਪੋਰਾ, ਇੰਡੀਅਨਸ ਜਿਹੜੇ ਦੈਟ ਆਰ ਲਿਵਿੰਗ ਅਬਰੋਡ, ਉਹਨਾਂ ਨੂੰ ਹੀ ਡਾਇਸਪੋਰਾ ਕਹਿੰਦੇ ਆ ਆਪਾਂ। ਇੰਡੀਅਨਸ ਲਿਵਿੰਗ ਅਬਰੋਡ, ਉਹ ਇੰਡੀਆ ਦਾ ਡਾਇਸਪੋਰਾ ਹੋ ਗਏ। ਠੀਕ ਹੈ ਜੀ, ਹੁਣ ਇਹਨਾਂ ਦੇ ਨਾਲ ਕਨੈਕਸ਼ਨ ਬਣਾਉਣ ਲਈ, ਇਹਨਾਂ ਦੀ ਪ੍ਰੋਬਲਮਸ ਸੁਣਨ ਲਈ ਪੰਜਾਬ ਗਵਰਨਮੈਂਟ ਨੇ ਮੀਟਿੰਗ ਵਿਦ NRI ਪੰਜਾਬੀਜ਼ ਇਹ ਪ੍ਰੋਗਰਾਮ ਲਾਂਚ ਕੀਤਾ ਸੀ। ਡਿਫਰੈਂਟ ਸ਼ਹਿਰਾਂ 'ਚ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਇਹ ਮੀਟਿੰਗ ਹੈਲਡ ਹੋਈਆਂ, ਜਿੱਥੇ ਦੇਸ਼ ਵਿਦੇਸ਼ ਤੋਂ NRIs ਜਿਹੜੇ ਆ ਉਹਨਾਂ ਨੇ ਪਾਰਟਿਸਿਪੇਟ ਕੀਤਾ। ਠੀਕ ਹੈ ਜੀ, ਬੇਸਿਕਲੀ ਪੰਜਾਬ ਗਵਰਨਮੈਂਟ ਕੀ ਕਹਿ ਰਹੀ ਹੈ ਕਿ ਸਾਲ ਵਿੱਚ 2 ਵਾਰ ਇਹੋ ਜਿਹੀ ਮੀਟਿੰਗਸ ਪੰਜਾਬ ਗਵਰਨਮੈਂਟ ਆਰਗੇਨਾਈਜ਼ ਕਰਿਆ ਕਰੂ, ਤਾਂ ਕਿ NRIs ਦੀ ਪ੍ਰੋਬਲਮਸ ਹੈ, ਜੋ ਵੀ ਇਸ਼ੂਜ਼ ਹੈ ਉਹ ਸੁਣ ਪਾਏ ਤੇ ਉਹਦੇ ਨਾਲ ਰਿਲੇਟਡ ਪਾਲਿਸੀਜ਼ ਬਣਾਈਆਂ ਜਾ ਸਕਣ, ਤਾਂ ਕਿ ਉਹਨਾਂ ਦੇ ਕੰਸਰਨਸ ਨੂੰ ਮੀਟ ਕੀਤਾ ਜਾਵੇ। ਠੀਕ ਹੈ ਜੀ, ਤਾਂ ਹੁਣ ਇਹ ਰੀਸੈਂਟ ਮੀਟਿੰਗਸ 'ਚ ਕੀ ਨਤੀਜਾ ਨਿਕਲਿਆ ਜਾਂ ਕੀ ਇਸ਼ੂਜ਼ ਡਿਸਕਸ ਕੀਤੇ ਗਏ, ਤਾਂ ਬੇਸਿਕਲੀ NRIs ਨੇ ਕਿਹਾ ਕਿ ਉਹਨਾਂ ਨੂੰ 2 ਮੇਜਰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੋਪਰਟੀ ਰਿਲੇਟਡ ਇਸ਼ੂਜ਼ ਨਾਲ ਤੇ ਮੈਰਿਟਲ ਡਿਸਪਿਊਟਸ ਨਾਲ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਹੈ ਇਹ। ਦੇਖੋ ਹੁਣ ਉਹ ਕਿਆ ਕਹਿੰਦੇ ਨੇ, ਦੇਖੋ ਬਹੁਤ ਸਾਰੇ ਇੰਡੀਅਨਸ ਹੁੰਦੇ ਆ ਜਿਹੜੇ ਬਾਹਰ ਜਾ ਕੇ ਸੈਟਲ ਹੋ ਜਾਂਦੇ ਆ ਜਾਂ ਕੁਝ ਟਾਈਮ ਲਈ ਬਾਹਰ ਜਾਂਦੇ ਆ ਪੜ੍ਹਨ ਲਈ, ਕੰਮ ਕਰਨ ਲਈ, ਤਾਂ ਪਿੱਛੇ ਉਹਨਾਂ ਦੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਉਹਨੂੰ ਵੇਚਣਾ, ਖਰੀਦਣਾ, ਰੈਂਟ ਆਊਟ ਕਰਨਾ ਕਾਫੀ ਮੁਸ਼ਕਿਲ ਕੰਮ ਹੋ ਜਾਂਦਾ ਹੈ NRIs ਲਈ, ਕਿਉਂਕਿ ਬਹੁਤ ਹੀ ਬਿਊਰੋਕ੍ਰੈਟਿਕ ਡਿਲੇਜ਼ ਹੁੰਦੇ ਨੇ। ਰਾਈਟ, ਬਹੁਤ ਸਾਰੇ ਪਰਮਿਸ਼ਨਸ ਚਾਹੀਦੀਆਂ, ਕਲੀਅਰੈਂਸਿਸ ਪਾਸ ਕਰਨੀਆਂ, ਇਹ ਸਭ 'ਚ ਬਹੁਤ ਟਾਈਮ ਵੀ ਜਾਂਦਾ ਹੈ ਉਹਨਾਂ ਦਾ, ਤੇ ਬਹੁਤ ਸਾਰੀ ਕਰਪਸ਼ਨ ਵੀ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈ। ਇਸੇ ਲਈ NRIs ਨੇ ਕਿਹਾ ਕਿ ਪਹਿਲੀ ਡਿਮਾਂਡ ਸਾਡੀ ਇਹ ਹੈ ਕਿ ਪ੍ਰੋਪਰਟੀ ਨਾਲ ਰਿਲੇਟਡ ਈਜ਼ ਆਫ ਯੂ ਕੈਨ ਸੇ ਡੂਇੰਗ ਬਿਜ਼ਨਸ ਹੋਣਾ ਚਾਹੀਦਾ ਹੈ NRIs ਲਈ। ਉਹ ਆਪਦੀ ਪ੍ਰੋਪਰਟੀ ਨੂੰ ਜਿਵੇਂ ਵੀ ਹੈਂਡਲ ਕਰਨਾ ਚਾਹਣ ਉਹ ਸਮੂਥਲੀ ਹੋ ਸਕੇ। ਠੀਕ ਹੈ ਜੀ, ਪਹਿਲਾ ਕੰਸਰਨ ਉਹਨਾਂ ਨੇ ਪ੍ਰੋਪਰਟੀ ਰਿਲੇਟਡ ਪ੍ਰੈਜ਼ੈਂਟ ਕੀਤਾ। ਸੈਕਿੰਡ, ਮੈਰਿਟਲ ਡਿਸਪਿਊਟਸ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਪੈਸ਼ਲੀ ਪੰਜਾਬ 'ਚ ਇਹ ਹੋ ਰਿਹਾ ਹੈ ਕਿ ਲੋਕੀ ਜਿਹੜੇ ਹੈ ਇੰਡੀਆ 'ਚ ਮੈਰਿਜ ਕਰਕੇ ਕੈਨੇਡਾ ਚਲੇ ਜਾਂਦੇ ਹੈ, ਤਾਂ ਫਿਰ ਉੱਥੇ ਵਰਕਆਊਟ ਨਹੀਂ ਹੋ ਪਾਉਂਦੀਆਂ ਚੀਜ਼ਾਂ, ਵੇਰੀਅਸ ਕਾਰਨਾਂ ਕਰਕੇ ਜਿਹੜੇ ਹੈ ਮੈਰਿਜ ਬੇਸਡ ਇਸ਼ੂਜ਼ ਅਰਾਈਜ਼ ਹੋ ਰਹੇ ਹੈ। ਕਈ ਲੋਕ ਤਾਂ ਫੇਕ ਮੈਰਿਜਸ ਕਰਦੇ ਹੈ ਜਸਟ PR ਲੈਣ ਲਈ। ਅਗਰ ਕੁੜੀ ਦੀ PR ਹੈ ਸਮਝ ਲਓ ਕੈਨੇਡਾ, ਤਾਂ ਉਹ ਕਿਆ ਕਰਨਗੇ, ਇੱਥੇ ਵਿਆਹ ਕਰ ਲੈਣਗੇ, ਉੱਥੇ ਜਾ ਕੇ ਸੈਟਲ ਹੋ ਜਾਣਗੇ, ਤੇ ਫਿਰ
ਮੇ ਬੀ ਕੁੜੀ ਨੂੰ ਛੱਡ ਦੇਣ, ਵਾਈਸ ਵਰਸਾ ਮੁੰਡੇ ਨਾਲ ਵੀ ਹੋ ਸਕਦਾ ਹੈ। ਤਾਂ ਇਸ ਪ੍ਰਕਾਰ ਦੇ ਕਾਫੀ ਸਾਰੇ ਮੈਰਿਟਲ ਡਿਸਪਿਊਟਸ ਵੀ ਹੈ, ਅਤੇ ਇਹਨਾਂ ਨੂੰ ਵੀ ਡੀਲ ਕਰਨ ਲਈ ਕੋਈ ਡੈਡੀਕੇਟਡ ਪਲੈਟਫਾਰਮ ਹਜੇ ਤੱਕ ਇੰਡੀਆ ਵਿੱਚ ਜਾਂ ਪੰਜਾਬ ਗਵਰਨਮੈਂਟ ਨੇ ਨਹੀਂ ਸੈਟਅਪ ਕੀਤਾ ਹੈ। ਤਾਂ ਇਸੇ ਮੀਟ 'ਚ NRIs ਨੇ ਕਿਹਾ ਕਿ ਆ ਮੈਰਿਟਲ ਡਿਸਪਿਊਟਸ ਨੂੰ ਡੀਲ ਕਰਨ ਲਈ ਵੀ ਕੁਛ ਸਮਾਧਾਨ, ਕੁਛ ਮਕੈਨਿਜ਼ਮ, ਕੁਛ ਇੰਸਟੀਟਿਊਸ਼ਨਸ ਜਿਹੜਾ ਹੈ ਸੈਟਅਪ ਕੀਤੇ ਜਾਣ, ਤਾਂ ਕਿ ਅਗਰ ਕੋਈ ਧੋਖਾਧੜੀ ਹੁੰਦੀ ਹੈ ਮੈਰਿਜ ਬੇਸ 'ਤੇ ਤਾਂ ਉਹਨੂੰ ਕੁਇੱਕ ਮੈਨਰ 'ਚ ਡਿਸਪੋਜ਼ ਕੀਤਾ ਜਾਵੇ। ਐਵੇਂ ਨਹੀਂ ਹੈ ਕਿ ਸਾਲਾਂ ਸਾਲਾਂ ਤੱਕ ਕੇਸ ਜਿਹੜੇ ਆ ਲਿੰਗਰ ਔਨ ਕਰਦੇ ਰਹਿਣ, ਵਿਮਨ ਦੇ ਰਾਈਟਸ ਡਿਸਟਰਬ ਹੋਣ, ਜਾਂ ਕਿਸੇ ਵੀ ਤਰਫੋਂ ਫੈਮਲੀਜ਼ ਦਾ ਮੈਂਟਲ ਬੈਲੈਂਸ ਖਰਾਬ ਹੋਵੇ। ਠੀਕ ਹੈ ਜੀ। ਤਾਂ ਇਸੇ ਲਈ ਤੁਸੀਂ ਇਹ ਪੂਰਾ ਆਰਟੀਕਲ ਐਜ਼ ਐਨ ਐਗਜ਼ਾਮਪਲ ਆਪਦੇ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਅਗਰ ਡਾਇਸਪੋਰਾ ਇਸ਼ੂਜ਼ ਜਾਂ ਡਾਇਸਪੋਰਾ ਇਨੀਸ਼ੀਏਟਿਵਸ 'ਤੇ ਕੋਈ ਵੀ ਕੁਐਸਚਨ ਆਉਂਦਾ ਹੈ, ਤੁਸੀਂ ਵੈਰੀ ਵੈਲ ਇਹ ਇਨੀਸ਼ੀਏਟਿਵ ਦਾ ਨਾਮ ਲਿਖੋ ਕਿ ਪੰਜਾਬ ਗਵਰਨਮੈਂਟ ਨੇ ਮੀਟਿੰਗਸ ਵਿਦ NRI ਪੰਜਾਬੀਜ਼ ਸ਼ੁਰੂ ਕੀਤਾ ਹੈ ਤਾਂ ਕਿ ਪੰਜਾਬੀ NRIs ਦੇ ਕੰਸਰਨਸ ਨੂੰ ਸੁਣਿਆ ਜਾ ਸਕੇ। ਠੀਕ ਹੈ ਜੀ। ਇਹ ਬਹੁਤ ਹੀ ਅੱਛਾ ਐਗਜ਼ਾਮਪਲ ਰਹੂਗਾ, ਤੁਸੀਂ ਆਨਸਰਸ 'ਚ ਲਿਖੋਗੇ ਤਾਂ ਤੁਹਾਨੂੰ ਐਕਸਟਰਾ ਮਾਰਕਸ ਜ਼ਰੂਰ ਮਿਲਣਗੇ। ਠੀਕ ਹੈ ਜੀ। ਜਸਟ ਇਹ ਟੌਪਿਕ ਯਾਦ ਰੱਖੋ ਅਤੇ ਕਿਆ ਕੰਸਰਨਸ ਇਹ 'ਤੇ ਡਿਸਕਸ ਹੋਏ ਹੈ ਤਾਂ ਇਹਨੂੰ ਯੂਜ਼ ਕਰੋ ਪ੍ਰੋਡਕਟਿਵਲੀ ਆਪਦੇ ਆਨਸਰ 'ਚ। ਠੀਕ ਹੈ ਜੀ। ਚਲੋ ਹੁਣ ਨੈਕਸਟ ਟੌਪਿਕ ਅੱਜ ਦਾ ਡਿਸਕਸ ਕਰ ਲੈਂਦੇ ਹਾਂ, ਜ਼ੀਰਾ ਲਿਕਰ ਫੈਕਟਰੀ ਇਸ਼ੂ। ਠੀਕ ਹੈ ਜੀ। ਅਗੇਨ ਇਹ ਤੁਸੀਂ ਐਜ਼ ਐਨ ਐਗਜ਼ਾਮਪਲ ਕੇਸ ਸਟੱਡੀ ਯੂਜ਼ ਕਰ ਸਕਦੇ ਹੋ ਆਪਦੇ ਆਨਸਰਸ 'ਚ ਜਾਂ ਐਸੇ 'ਚ। ਜ਼ੀਰਾ ਇੱਕ ਤੁਸੀਂ ਕਹਿ ਸਕਦੇ ਹੋ ਲਿਕਰ ਫੈਕਟਰੀ ਹੈ ਫਿਰੋਜ਼ਪੁਰ 'ਚ। ਠੀਕ ਹੈ। ਇੱਥੇ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਹੈ। ਪ੍ਰੋਟੈਸਟ ਕਿਉਂ ਹੋ ਰਹੇ ਹੈ? ਕਿਉਂਕਿ ਇਹ ਫੈਕਟਰੀ ਦੇ ਵਿੱਚੋਂ ਇਫਲੂਐਂਟਸ ਜਾਂ ਤੁਸੀਂ ਕਹਿ ਸਕਦੇ ਹੋ ਕਿ ਡਿਸਚਾਰਜ ਜਿਹੜਾ ਫੈਕਟਰੀ ਵਿੱਚੋਂ ਆ ਰਿਹਾ ਹੈ ਉਹ ਵਾਟਰ ਨੂੰ ਬਹੁਤ ਪੋਲਿਊਟ ਕਰ ਰਿਹਾ ਹੈ। ਸਰਾਊਂਡਿੰਗ ਏਰੀਆਜ਼ ਦਾ ਵਾਟਰ ਪੋਲਿਊਸ਼ਨ ਬਹੁਤ ਕਾਫੀ ਹੋ ਰਿਹਾ ਹੈ ਇਸ ਫੈਕਟਰੀ ਕਰਕੇ। ਜ਼ੀਰਾ ਫੈਕਟਰੀ ਜਿਹੜਾ ਆਪਾਂ ਲਿਖਿਆ ਹੋਇਆ ਹੈ, ਠੀਕ ਹੈ, ਇਹ ਨਾਮ ਇੰਪੋਰਟੈਂਟ ਹੈ, ਇਹ ਯਾਦ ਰੱਖਣਾ ਹੈ। ਵਾਟਰ ਪੋਲਿਊਸ਼ਨ ਹੋ ਰਹੀ ਹੈ ਜਿਹਦੇ ਕਰਕੇ ਲੋਕਾਂ ਨੂੰ ਹੈਲਥ ਇਸ਼ੂਜ਼ ਫੇਸ ਕਰਨੇ ਪੈ ਰਹੇ ਨੇ। ਕੈਂਸਰ ਦੇ ਕੇਸਿਸ, ਮੋਰਟੈਲਿਟੀ ਯਾਨੀ ਕਿ ਡੈਥ ਦੇ ਕੇਸਿਸ ਵੀ ਪਾਏ ਗਏ ਨੇ। ਇਸੇ ਲਈ ਲੋਕੀ ਕਾਫੀ ਪ੍ਰੋਟੈਸਟ ਕਰ ਰਹੇ ਨੇ ਇਹ ਫੈਕਟਰੀ ਦੇ ਅਗੇਂਸਟ। ਠੀਕ ਹੈ ਜੀ। ਤੁਸੀਂ ਸਿਰਫ ਇਹ ਐਗਜ਼ਾਮਪਲ ਲਿਖਣੀ ਹੈ। ਮੈਂ ਤੁਹਾਨੂੰ ਦੱਸ ਦਾਂ ਕਿ ਪੰਜਾਬ PCS 2021 ਦੇ ਐਗਜ਼ਾਮ 'ਚ ਡਾਇਰੈਕਟ ਕੁਐਸਚਨ ਆਇਆ ਸੀ। PPSC ਨੇ 2021 ਦੇ ਐਗਜ਼ਾਮ 'ਚ ਇਹ ਪੁੱਛਿਆ ਸੀ ਕਿ ਇੰਡਸਟਰੀਜ਼, ਪੰਜਾਬ ਦੀ ਇੰਡਸਟਰੀਜ਼ ਦਾ ਕੀ ਮੇਜਰ ਇਸ਼ੂਜ਼ ਜਿਹੜੇ ਆ ਵਾਟਰ ਨਾਲ ਰਿਲੇਟਡ ਆ ਰਹੇ ਨੇ, ਕਿਵੇਂ ਪੰਜਾਬ ਦੀ ਇੰਡਸਟਰੀਜ਼ ਵਾਟਰ ਨੂੰ ਪੋਲਿਊਟ ਕਰ ਰਹੀਆਂ ਨੇ। ਤਾਂ ਉੱਥੇ ਅਗਰ ਤੁਸੀਂ ਇਹੋ ਜਿਹੀ ਐਗਜ਼ਾਮਪਲ ਲਿਖਦੇ ਤਾਂ ਪੱਕਾ ਤੁਹਾਨੂੰ ਬਾਕੀ ਸਟੂਡੈਂਟਸ ਨਾਲੋਂ ਜ਼ਿਆਦਾ ਮਾਰਕਸ ਮਿਲਣੇ ਸੀ। ਇਸੇ ਲਈ ਇਹ ਜੀ ਐਗਜ਼ਾਮਪਲ ਜਸਟ ਨਾਮ ਯਾਦ ਰੱਖਣਾ ਹੈ ਤੁਸੀਂ, ਜ਼ੀਰਾ ਲਿਕਰ ਫੈਕਟਰੀ ਇਫਲੂਐਂਟਸ ਡਿਸਚਾਰਜ ਕਾਜ਼ਿੰਗ ਵਾਟਰ ਪੋਲਿਊਸ਼ਨ। ਇਹ ਐਗਜ਼ਾਮਪਲ ਮੈਂਸ਼ਨ ਕਰਨ ਨਾਲ ਤੁਹਾਡੇ ਮਾਰਕਸ ਜਿਹੜੇ ਹੈ ਪੱਕਾ ਪਲੱਸ ਹੋ ਜਾਣਗੇ। ਠੀਕ ਹੈ ਜੀ। ਇਹ ਜਿਹੜੀ ਐਗਜ਼ਾਮਪਲ ਹੈ ਆਪਦੇ ਇਨਵਾਇਰਮੈਂਟ ਦੇ ਟੌਪਿਕ ਵਿੱਚ ਲਿਖ ਕੇ ਰੱਖੋ। GS 4 ਦੇ ਵਿੱਚ ਜੋਗ੍ਰਾਫੀ 'ਚ ਵੀ ਕੁਐਸਚਨ ਆ ਸਕਦਾ ਹੈ, ਪੰਜਾਬ ਜੋਗ੍ਰਾਫੀ, ਜਿਵੇਂ ਮੈਂ ਤੁਹਾਨੂੰ ਹੁਣੀ ਦੱਸਿਆ 2021 ਵਿੱਚ GS 1 ਵਿੱਚ ਹੀ ਕੁਐਸਚਨ ਆਇਆ ਸੀ। ਤਾਂ ਇਹਨੂੰ ਤੁਸੀਂ ਐਗਜ਼ਾਮਪਲ ਨੂੰ ਅੱਛੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਆਪਾਂ 21 ਦਸੰਬਰ ਦੇ ਕਰੰਟ ਅਫੇਅਰਸ 'ਤੇ ਪਹੁੰਚ ਗਏ ਹਾਂ। 21 ਦਸੰਬਰ ਨੂੰ ਬਹੁਤ ਹੀ ਇੰਪੋਰਟੈਂਟ ਜਿਹੜੀ ਆਪਣੀ ਇਸ਼ੂ ਅੱਜ ਆਇਆ ਹੈ ਨਿਊਜ਼ 'ਚ, 5th सबमरीन ऑफ प्रोजेक्ट 75 डिलीवर्ड टू नेवी। ठीक है जी। न्यूज़ च क्या है? 5th सबमरीन ਜਿਹਦਾ ਕੀ ਨਾਮ ਹੈ INS ਵਾਗੀਰ। INS ਵਾਗੀਰ ਜਿਹੜੀ ਹੈ ਇਹ ਇੰਡੀਅਨ ਨੇਵੀ ਨੂੰ ਡਿਲੀਵਰ ਕਰ ਦਿੱਤੀ ਗਈ ਹੈ। ਠੀਕ ਹੈ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਸਬਮਰੀਨ ਹੁੰਦਾ ਹੀ ਕਿਆ ਹੈ। ਕਈ ਬੱਚਿਆਂ ਨੂੰ ਨਹੀਂ ਪਤਾ ਹੋਣਾ ਸਬਮਰੀਨ। ਸਟਾਰਟਰਸ ਨੂੰ ਜਸਟ ਪਣਡੂਬੀ ਵੀ ਕਿਹਾ ਜਾਂਦਾ ਹੈ ਸਬਮਰੀਨ ਨੂੰ। ਇੱਕ ਇਹੋ ਜਿਹੀ ਵਾਟਰ ਸ਼ਿਪ ਤੁਸੀਂ ਕਹਿ ਸਕਦੇ ਹੋ, ਇੱਕ ਇਹੋ ਜਿਹੀ ਵਾਟਰ ਕਰਾਫਟ ਜਿਹੜੀ ਕਿ ਅੰਡਰ ਵਾਟਰ ਜਾ ਸਕਦੀ ਹੈ, ਪਾਣੀ ਦੇ ਨੀਚੇ ਜਾ ਕੇ ਇਹ ਆਪਰੇਟ ਕਰਦੀ ਹੈ। ਠੀਕ ਹੈ। ਉਹਨੂੰ ਹੀ ਸਬਮਰੀਨ, ਮਰੀਨ ਮੀਨਸ ਪਾਣੀ ਤੇ ਸਬ ਮੀਨਸ ਨੀਚੇ। ਜਦ ਪਾਣੀ ਦੇ ਨੀਚੇ ਜਾ ਸਕਦੀ ਹੈ ਇੱਕ ਕਰਾਫਟ, ਉਹਨੂੰ ਸਬਮਰੀਨ ਕਹਿੰਦੇ ਆ। ਠੀਕ ਹੈ ਜੀ। ਨਾਓ ਇੰਪੋਰਟੈਂਟ ਥਿੰਗ ਫॉर ਅਸ ਟੂ ਅੰਡਰਸਟੈਂਡ ਇਜ਼ ਪ੍ਰੋਜੈਕਟ 75। ਪ੍ਰੋਜੈਕਟ 75 INS ਵਾਗੀਰ, ਇਹ ਸਭ ਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੇਖੋ ਪ੍ਰੋਜੈਕਟ 75 ਤੋਂ ਸ਼ੁਰੂ ਕਰਦੇ ਹਾਂ। ਇਹ ਤੋਂ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ ਤੁਹਾਨੂੰ ਹੌਲੀ ਹੌਲੀ ਕਰਕੇ। ਦੇਖੋ ਪ੍ਰੋਜੈਕਟ 75 ਤੁਸੀਂ ਕਹਿ ਸਕਦੇ ਹੋ ਇੰਡੀਅਨ ਗਵਰਨਮੈਂਟ ਨੇ ਲਾਂਚ ਕੀਤਾ, ਜਿਹਦੇ ਅੰਡਰ ਇਹ ਏਮ ਸੀ ਕਿ 6 ਸਬਮਰੀਨਸ ਬਣਾਈਆਂ ਜਾਣਗੀਆਂ।
6 सबमरीनस बनाईਆਂ ਜਾਣਗੀਆਂ ਜੋ ਕਿ ਇੰਡੀਅਨ ਨੇਵੀ ਨੂੰ ਫਿਰ ਡਿਲੀਵਰ ਕੀਤੀਆਂ ਜਾਣਗੀਆਂ। ਨਾਓ ਇਹ 6 सबमरीनस ਜਿਹੜੀਆਂ ਹੈ ਉਹ ਕੈਲਵਰੀ ਕਲਾਸ ਦੀਆਂ ਹੋਣਗੀਆਂ। ਕੈਲਵਰੀ ਕਲਾਸ ਦਾ ਕੀ ਮਤਲਬ ਹੈ? ਸਮਝ ਲਓ ਇੱਕ ਕੈਟੇਗਰੀ ਬਣਾ ਦੀ ਹੈ ਕਿ ਆਪਣੀ सबमरीनस ਦੀ ਕੈਟੇਗਰੀ ਹੈ। ਜਿਵੇਂ ਮੈਂ ਤੁਹਾਨੂੰ ਕਹਿ ਦਾਂ ਕਿ ਆਪਾਂ 6 ਫੁੱਟ ਦੇ ਮੁੰਡੇ ਜਾਂ 6 ਫੁੱਟ ਦੀ ਕੁੜੀਆਂ ਜਿਹੜੀਆਂ ਇੱਕ ਗਰੁੱਪ 'ਚ ਰੀਅਰੇਂਜ ਕਰ ਲੀਆਂ, ਤਾਂ ਉਸ ਗਰੁੱਪ ਨੂੰ, ਉਸ ਕੈਟੇਗਰੀ ਨੂੰ ਜਿਸ 'ਚ 6 ਫੁੱਟ ਦੇ ਮੁੰਡੇ ਨੇ, ਉਹਨੂੰ ਆਪਾਂ ਕੈਲਵਰੀ ਕਲਾਸ ਕਹਿ ਰਹੇ ਹਾਂ। ਠੀਕ ਹੈ ਜੀ, ਮਤਲਬ ਇੱਥੇ ਆਪਾਂ ਇੱਕ सबमरीन ਦੀਆਂ ਸਪੈਸੀਫਿਕੇਸ਼ਨ ਦੇਤੀਆਂ ਜਿਨ੍ਹਾਂ ਨੂੰ ਆਪਾਂ ਕੈਲਵਰੀ ਕਲਾਸ ਵਿੱਚ ਗਰੁੱਪ ਕਰਤਾ। ਠੀਕ ਹੈ, ਹੋਰ ਕੁਝ ਮਤਲਬ ਨਹੀਂ ਹੈ ਕਲਾਸ ਦਾ। ਤਾਂ ਇਹ 6 सबमरीनस ਇਹ ਪ੍ਰੋਜੈਕਟ ਦੇ ਅੰਡਰ ਬਣਨੀਆਂ ਹੈ ਜਿਨ੍ਹਾਂ ਦਾ ਨਾਮ ਕੈਲਵਰੀ ਕਲਾਸ ਹੈ। ਠੀਕ ਹੈ ਜੀ, ਕਿਹੜੀਆਂ 6 ਨੇ? ਤੁਸੀਂ K3V3 ਤੋਂ ਯਾਦ ਰੱਖ ਸਕਦੇ ਹੋ। K3V3 ਤੋਂ ਯਾਦ ਰੱਖ ਸਕਦੇ ਹੋ। 3 ਦਾ ਨਾਮ K ਤੇ ਹੈ, 3 ਦਾ ਨਾਮ V ਤੇ, ਤਾਂ ਈਜ਼ੀਲੀ ਇਹਨੂੰ ਯਾਦ ਰੱਖ ਸਕਦੇ ਹੋ ਤੁਸੀਂ। ਇਹ K3V3 ਕਿਆ ਹੈ? ਪਹਿਲੀ ਜਿਹੜੀ ਡਿਲੀਵਰ ਹੋਈ ਸੀ ਉਹਦਾ ਨਾਮ INS ਕੈਲਵਰੀ ਹੀ ਸੀ। ਠੀਕ ਹੈ ਜੀ, ਦੂਸਰੀ ਇਹਦੇ ਅੰਡਰ ਜਿਹੜੀ सबमरीन ਬਣੀ ਹੈ ਉਹਦਾ ਨਾਮ ਹੈ ਖੰਡੇਰੀ, INS ਖੰਡੇਰੀ। ਤੀਜੀ ਦਾ ਨਾਮ ਸੀ INS ਕਰਾਂਜ। ਠੀਕ ਹੈ ਜੀ, ਇਹ 3 ਹੋ ਗਈਆਂ। ਤੇ V3 ਤੇ ਜਿਹੜਾ ਨਾਮ ਹੈ ਵੈਲਾ, INS ਵੈਲਾ, INS ਵਾਗੀਰ ਜਿਹੜੀ ਕਿ ਹੁਣ 5ਵੀਂ ਲਾਂਚ ਹੋਈ ਹੈ। ਐਂਡ ਦੈਨ ਲਾਸਟ ਜਿਹੜੀ ਬਣਨੀ ਹੈ ਉਹ ਹੈ ਵਾਗਸ਼ੀਰ, INS ਵਾਗਸ਼ੀਰ। ਰਾਈਟ, ਹੁਣ ਇਹਦਾ ਕੀ ਮਤਲਬ ਹੈ? ਇਸ ਦਾ ਮਤਲਬ ਸਿਰਫ ਇਹ ਹੈ ਕਿ ਪ੍ਰੋਜੈਕਟ 75 ਦੇ ਅੰਡਰ 6 सबमरीनस ਜਿਹੜੀਆਂ ਹੈ ਡਿਲੀਵਰ ਹੋਣਗੀਆਂ, ਕੈਲਵਰੀ ਕਲਾਸ ਦੀਆਂ ਉਹ सबमरीनस ਹੋਣਗੀਆਂ। ਉਹਨਾਂ ਦੇ ਨਾਮ ਹੈ ਕੈਲਵਰੀ, ਖੰਡੇਰੀ, ਕਰਾਂਜ, ਵੈਲਾ, ਵਾਗੀਰ ਤੇ ਵਾਗਸ਼ੀਰ। ਤਾਂ ਆਵਲੀਆਂ 4 ਜਿਹੜੀਆਂ ਨੇ ਆਲਰੇਡੀ ਨੇਵੀ ਨੂੰ ਸੌਂਪ ਦਿੱਤੀਆਂ ਗਈਆਂ ਨੇ। ਠੀਕ ਹੈ ਜੀ, ਆਲਰੇਡੀ ਡਨ ਐਂਡ ਡਸਟਡ। ਉਸ ਤੋਂ ਬਾਅਦ ਜਿਹੜੀ ਵਾਗੀਰ ਹੈ ਉਹ ਹੁਣ ਯਾਨੀ ਕਿ 20 ਦਸੰਬਰ ਨੂੰ ਤੁਸੀਂ ਕਹਿੰਦੇ ਹੋ ਕਿ ਲਾਂਚ ਕੀਤੀ ਗਈ ਹੈ। ਤੇ ਜਿਹੜੀ ਆਖਰੀ ਰਹਿ ਗਈ ਵਾਗਸ਼ੀਰ, ਉਹ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੇ ਸਾਲਾਂ ਵਿੱਚ ਇਹ ਵੀ ਡਿਲੀਵਰ ਕਰ ਦਿੱਤੀ ਜਾਵੇਗੀ। ਠੀਕ ਹੈ ਜੀ, ਬੇਸਿਕਲੀ ਇਹ ਹੈ ਤੁਹਾਡਾ ਪ੍ਰੋਜੈਕਟ 75 ਜਿੱਥੇ 6 सबमरीनस ਕੈਲਵਰੀ ਕਲਾਸ ਦੀਆਂ ਨੇਵੀ ਨੂੰ ਡਿਲੀਵਰ ਕੀਤੀਆਂ ਜਾਣਗੀਆਂ। ਠੀਕ ਹੈ, ਹੁਣ ਆਪਾਂ ਥੋੜੀ ਡਿਟੇਲ ਕੈਲਵਰੀ ਕਲਾਸ ਦੀ ਵੀ ਕਰ ਲਈਏ। ਠੀਕ ਹੈ, ਕੈਲਵਰੀ ਕਲਾਸ सबमरीन ਤੋਂ ਆਪਾਂ ਕਿਆ ਸਮਝਦੇ ਹਾਂ? ਕੈਲਵਰੀ ਕਲਾਸ ਤਾਂ ਇਹ ਬੇਸਿਕਲੀ ਫਰਾਂਸ ਦੀ ਸਕੋਰਪੀਅਨ ਕਲਾਸ सबमरीनस ਤੇ ਫੈਸ਼ਨਡ ਹੈ। सबमरीन ਸਕੋਰਪੀਅਨ ਕਲਾਸ ਦੀ ਜਿਹੜੀਆਂ सबमरीनस ਹੈ ਜਿਹੜੀਆਂ ਕਿ ਫਰਾਂਸ 'ਚ ਬਣੀਆਂ ਹੈ ਉਹਦੀ ਵਰਗੀ ਹੀ ਇੰਡੀਆ ਦੇ ਵਿੱਚ ਕੈਲਵਰੀ ਕਲਾਸ ਦੀ सबमरीनस ਬਣਾਈਆਂ ਗਈਆਂ। ਠੀਕ ਹੈ ਜੀ, ਇਹ ਇੰਡੀਆ ਦਾ ਨਾਮ ਹੈ, ਤੁਸੀਂ ਲਾ ਸਕਦੇ ਹੋ, ਇਹ ਫਰਾਂਸ ਦਾ ਨਾਮ ਹੈ। ਦੋਨਾਂ ਦੀ ਸਪੈਸੀਫਿਕੇਸ਼ਨ ਜਿਹੜੀ ਹੈ ਸੇਮ ਹੋਣੀ ਹੈ। ਠੀਕ ਹੈ ਜੀ, ਤਾਂ ਫਿਰ ਇਹ ਕੈਲਵਰੀ ਕਲਾਸ ਦੀ सबमरीनस ਬਣਾਈਆਂ ਕਿਸ ਦੁਆਰਾ ਜਾਣਗੀਆਂ? ਫਰਾਂਸ ਦੀ ਜਿਹੜਾ ਨੇਵਲ ਗਰੁੱਪ ਹੈ ਉਹ ਇੰਡੀਆ ਨੂੰ ਹੈਲਪ ਕਰੂਗਾ ਇਹ ਬਣਾਉਣ ਵਿੱਚ। ਨਾਲ ਹੀ ਇੱਕ ਸਪੈਨਿਸ਼ ਕੰਪਨੀ ਵੀ ਇਨਵੋਲਵਡ ਹੈ ਤੇ ਬਣਨਗੀਆਂ ਇਹ ਇੰਡੀਆ ਵਿੱਚ ਹੀ। ਮੇਕ ਇਨ ਇੰਡੀਆ ਪ੍ਰੋਜੈਕਟ ਦੇ ਅੰਡਰ ਇਹ ਜਿਹੜੀਆਂ सबमरीनस ਹੈ ਇੰਡੀਆ ਦੇ ਵਿੱਚ ਬਣਾਈਆਂ ਜਾਣਗੀਆਂ ਵਿਦ ਹੈਲਪ ਫਰੋਮ ਫਰਾਂਸ ਐਂਡ ਸਪੇਨ। ਠੀਕ ਹੈ ਜੀ, ਇਹ ਜਿਹੜੀਆਂ सबमरीनस ਹੈ ਇਹ ਡੀਜ਼ਲ ਇਲੈਕਟ੍ਰਿਕ ਪਾਵਰਡ ਹੋਣਗੀਆਂ। ਦੇਖੋ सबमरीन ਦਾ ਫਿਊਲ ਕੁਝ ਵੀ ਹੋ ਸਕਦਾ ਹੈ, ਨਿਊਕਲੀਅਰ ਫਿਊਲ ਵੀ ਹੁੰਦਾ ਹੈ ਤੇ ਡਿਫਰੈਂਟ ਟਾਈਪ ਦੇ ਫਿਊਲਸ ਹੁੰਦੇ ਨੇ। ਇਹ ਵਾਲੀਆਂ सबमरीनस ਜਿਹੜੀਆਂ ਹੈ ਉਹ ਡੀਜ਼ਲ ਤੇ ਇਲੈਕਟ੍ਰਿਕ ਪਾਵਰ ਦੇ ਉੱਤੇ ਆਪਰੇਟ ਕਰਨਗੀਆਂ। ਇਹ ਯਾਦ ਰੱਖਣਾ ਫੈਕਟ ਬਹੁਤ ਜ਼ਰੂਰੀ ਹੈ। ਇਸ ਤੇ ਹੀ ਕੁਐਸਚਨ ਆ ਸਕਦਾ ਹੈ ਕਿ ਇਹ ਕੈਲਵਰੀ ਕਲਾਸ ਜਿਹੜੀ ਹੈ ਨਿਊਕਲੀਅਰਲੀ ਪਾਵਰਡ ਹੈ ਜਾਂ ਨਹੀਂ ਹੈ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਹੈ, ਨਿਊਕਲੀਅਰਲੀ ਪਾਵਰਡ ਨਹੀਂ ਹੈ, ਇਹ ਡੀਜ਼ਲ ਇਲੈਕਟ੍ਰਿਕ ਪਾਵਰ ਤੇ ਆਪਰੇਟ ਕਰੇਗੀ। ਠੀਕ ਹੈ ਜੀ, ਨਾਓ ਨੈਕਸਟ ਇੰਪੋਰਟੈਂਟ ਫੀਚਰ ਆਫ ਕੈਲਵਰੀ ਕਲਾਸ ਹੈ ਕਿ ਇਹ ਅਟੈਕ सबमरीन ਹੈ। ਤੁਸੀਂ ਕਹਿ ਸਕਦੇ ਹੋ ਇਹਨੂੰ ਹੰਟਰ ਕਿਲਰ सबमरीन ਵੀ ਕਿਹਾ ਜਾਂਦਾ ਹੈ। ਜਿਹੜਾ ਵੀ ਤੁਹਾਡਾ ਟਾਰਗੇਟ ਹੈ ਉਹਨੂੰ ਇਹ ਅਟੈਕ ਕਰਨ ਦੀ ਸ਼ਮਤਾ ਰੱਖਦੀ ਹੈ, ਉਹਨੂੰ ਡਿਸਟਰੋਏ ਕਰਨ ਦੀ ਸ਼ਮਤਾ ਰੱਖਦੀ ਹੈ। ਠੀਕ ਹੈ ਜੀ, ਇਸ ਲਈ ਇਹ ਬਹੁਤ ਹੀ ਖਤਰਨਾਕ ਤੇ ਇੰਪੋਰਟੈਂਟ सबमरीन ਜਿਹੜੀ ਹੈ ਉਹ ਇਵੋਲਵ ਹੋਈ ਹੈ। ਇਸ ਲਈ ਇੰਡੀਆ ਇਸ ਨੂੰ ਬਣਾਉਣ 'ਚ ਐਫਰਟ ਕਰ ਰਿਹਾ ਹੈ। ਇਹ ਮਲਟੀਪਲ ਫੰਕਸ਼ਨਸ ਦੇਖੋ ਆਪਰੇਟ ਕਰਦੀ ਹੈ। ਇਹ ਵਾਰਸ਼ਿਪ ਨੂੰ ਵੀ ਅਟੈਕ ਕਰ ਸਕਦੀ ਹੈ। किसी कंट्री ਦੀ अगर वारशिप इंडिया तरफ आ रही है तो उसनों अटैक कर सकती है। किसी कंट्री ਦੀ सबमरीन अगर इंडिया ਵੱਲ आ रही है तो ਉਹਨੂੰ भी डिस्ट्रॉय कर सकती है।
ਇਹ ਸਰਵੇਲੈਂਸ ਵੀ ਕਰ ਸਕਦੀ ਹੈ। ਅੰਡਰ ਵਾਟਰ ਸਰਵੇਲੈਂਸ ਹੁੰਦੀ ਹੈ ਨਾ ਕਿ ਦੂਸਰੀ ਕੰਟਰੀਜ਼ ਦੀ ਸ਼ਿਪਸ ਕਿਵੇਂ ਮੂਵ ਕਰ ਰਹੀਆਂ ਨੇ, ਤਾਂ ਉਹ ਸਰਵੇਲੈਂਸ 'ਚ ਵੀ ਇਨਵੋਲਵ ਹੋ ਸਕਦੀ ਹੈ। ਇੰਟੈਲੀਜੈਂਸ ਗੈਦਰਿੰਗ, ਪਾਣੀ ਦੇ ਨੀਚੇ ਰਹਿ ਕੇ ਪਾਣੀ ਦੇ ਵਿੱਚ ਮੂਵਮੈਂਟ ਜਿਹੜੀ ਹੈ ਉਹਦੇ ਬਾਰੇ ਇੰਟੈਲੀਜੈਂਸ ਕਲੈਕਟ ਕਰਨ ਦਾ ਕੰਮ ਵੀ ਇਹ ਸਬਮਰੀਨ ਕਰ ਸਕਦੀ ਹੈ। ਤਾਂ ਮਲਟੀਪਰਪਸ ਸਬਮਰੀਨ ਹੈ, ਤੁਸੀਂ ਕਹਿ ਸਕਦੇ ਹੋ। ਸਿਰਫ ਇੱਕ ਕੰਮ ਨਹੀਂ ਕਰ ਰਹੀ ਹੈ, ਤੁਸੀਂ ਦੇਖੋ ਸਿਰਫ ਅਟੈਕ ਨਹੀਂ ਕਰਦੀ, ਬਟ ਇਹ ਮਲਟੀਪਲ ਟਾਈਪਸ ਦੇ ਅਟੈਕਸ ਕਰ ਸਕਦੀ ਹੈ, ਸਰਵੇਲੈਂਸ ਕਰ ਸਕਦੀ ਹੈ, ਇੰਟੈਲੀਜੈਂਸ ਗੈਦਰਿੰਗ ਕਰ ਸਕਦੀ ਹੈ। ਤਾਂ ਇਹ ਬਹੁਤ ਹੀ ਸਿਗਨੀਫਿਕੈਂਟ ਤੁਸੀਂ ਕਹਿ ਸਕਦੇ ਹੋ ਸਬਮਰੀਨ ਕਲਾਸ ਹੈ ਇੰਡੀਆ ਦੇ ਲਈ। ਤਾਂ ਪੰਜਵੀਂ ਜਿਹੜੀ ਸਬਮਰੀਨ ਹੈ ਇਸ ਕਲਾਸ ਦੀ ਉਹ ਲਾਂਚ ਕਰ ਦਿੱਤੀ ਗਈ ਹੈ। ਇਹਨਾਂ ਦੇ ਨਾਮ ਤੁਸੀਂ ਕਹੋਗੇ ਕਿ ਆ ਕਲਵਰੀ ਕੰਦੇਰੀ ਕਿੱਥੋਂ ਆਇਆ ਹੈ, ਤਾਂ ਬੇਸਿਕਲੀ ਕੈਲਵਰੀ ਜਿਹੜਾ ਹੈ ਉਹ ਇੱਕ ਟਾਈਗਰ ਸ਼ਾਰਕ ਦੇ ਨਾਮ ਤੇ ਪਿਆ ਹੈ। ਜਿਹੜਾ ਕਾਮਦੇਰੀ ਹੈ ਇਹ ਸ਼ਿਵਾਜੀ ਦਾ, ਮਹਾਰਾਸ਼ਟਰਾ ਦੇ ਬਹੁਤ ਫੇਮਸ ਜਿਹੜੇ ਫਾਈਟਰ ਰਹੇ ਨੇ ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਫੋਰਟ ਦੇ ਉੱਤੇ ਨਾਮ ਰੱਖਿਆ ਗਿਆ ਹੈ। ਕਰਾਂਜ ਜਿਹੜਾ ਹੈ ਉਹ ਬੰਬੇ 'ਚ, ਮੁੰਬਈ 'ਚ ਇੱਕ ਆਈਲੈਂਡ ਹੈ ਉਹ 'ਤੇ ਰੱਖ ਦਿੱਤਾ ਗਿਆ ਹੈ। ਤਾਂ ਨੋਮਨਕਲੇਚਰ ਆਏ ਵੇਰੀ ਕਰਦੇ ਰਹਿੰਦੇ ਆ, ਵੇਰੀਅਸ ਸਪੀਸੀਜ਼, ਵੇਰੀਅਸ ਇੰਪੋਰਟੈਂਟ ਮੋਨੂਮੈਂਟਸ, ਵੇਰੀਅਸ ਇੰਪੋਰਟੈਂਟ ਪਰਸਨੈਲਿਟੀਜ਼ ਦੇ ਨਾਮ ਤੇ ਇਹ ਨਾਮ ਰੱਖੇ ਜਾਂਦੇ ਨੇ, ਤੇ ਇਹਨਾਂ ਸਬਮਰੀਨਸ ਦੇ ਨਾਮ ਵੀ ਇਸੇ ਬੇਸਿਸ ਤੇ ਰੱਖੇ ਗਏ ਨੇ। ਠੀਕ ਹੈ ਜੀ, ਇਹੀ ਸਭ ਹੈ ਇਸ ਬਾਰੇ। ਸਕੋਰਪੀਅਨ ਕਲਾਸ ਸਬਮਰੀਨ ਉਹੀ ਹੈ ਜੋ ਵੀ ਕੈਲਵਰੀ 'ਚ ਫੀਚਰਸ ਹੈ ਨਾ, ਉਹੀ ਸਕੋਰਪੀਅਨ ਦੇ ਹੈ, ਕਿਉਂਕਿ ਸਕੋਰਪੀਅਨ ਇਜ਼ ਇਕੁਅਲ ਟੂ ਕੈਲਵਰੀ, ਤੁਸੀਂ ਇਹ ਕਹਿ ਸਕਦੇ ਹੋ। ਸਕੋਰਪੀਅਨ ਇਜ਼ ਇਕੁਅਲ ਟੂ ਕੈਲਵਰੀ। ਸਕੋਰਪੀਅਨ ਫਰਾਂਸ ਦਾ ਨਾਮ ਹੈ, ਕੈਲਵਰੀ ਜਦ ਇੰਡੀਆ 'ਚ ਇਹ ਅਪਣਾਏ ਗਈ ਤਾਂ ਉਹਦਾ ਨਾਮ ਆਪਾਂ ਕੈਲਵਰੀ ਰੱਖਤਾ। ਠੀਕ ਹੈ ਜੀ, ਇਹ ਕੁਝ ਫੀਚਰਸ ਪ੍ਰੋਜੈਕਟ 75 ਐਜ਼ ਵੈਲ ਐਜ਼ ਕੈਲਵਰੀ ਕਲਾਸ ਦੇ ਯਾਦ ਰੱਖਣੇ ਆ ਆਪਾਂ। ਇਸ 'ਚ ਬਸ ਇਸ ਚੀਜ਼ਾਂ ਤੇ ਹੀ, ਇਹਨਾਂ ਫੈਕਟਸ ਤੇ ਹੀ ਕੁਐਸਚਨ ਬਣ ਸਕਦਾ ਹੈ। ਠੀਕ ਹੈ ਜੀ, ਇਹ ਇੰਪੋਰਟੈਂਟ ਆਰਟੀਕਲ ਸੀ। ਇਹ ਤੁਸੀਂ ਦੇਖ ਰਹੇ ਹੋ ਕਿ ਨੇਵੀ ਨੂੰ ਟ੍ਰਾਂਸਫਰ ਕੀਤੀ ਗਈ ਹੈ ਸਬਮਰੀਨ, ਇਹ ਉਸ ਤਰੀਕੇ ਪਿਕਚਰ ਗਵਰਨਮੈਂਟ ਨੇ ਲਾਂਚ ਕੀਤੀ ਹੈ। ਬਹੁਤ ਹੀ ਇੰਪੋਰਟੈਂਟ ਟੌਪਿਕ ਅਗੇਨ। ਨੈਕਸਟ ਟੌਪਿਕ ਆਪਾਂ ਡਿਸਕਸ ਕਰਦੇ ਹਾਂ NIA। ਦੇਖੋ NIA ਤੇ ਕਾਫੀ ਡਿਟੇਲ ਮੈਨੇ ਇਸ ਪੋਰਸ਼ਨ ਵਿੱਚ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੀਤੀ ਹੈ। ਇਹ ਸਾਰੀ ਤੁਸੀਂ ਪੜ੍ਹੋ, ਇਹ ਸਾਰੀ ਜਿਹੜੀ ਡਿਟੇਲਸ ਹੈ ਇਹ ਤੁਹਾਡੇ ਬਹੁਤ ਕੰਮ ਆਉਣਗੀਆਂ ਮੇਨਸ ਜਾਂ ਪ੍ਰੀਲਿਮਸ 'ਚ ਆਨਸਰ ਕਰਨ ਲਈ। ਮੈਂ ਇੱਥੇ ਬ੍ਰੌਡ ਡਿਟੇਲਸ NIA ਬਾਰੇ ਤੁਹਾਡੇ ਨਾਲ ਡਿਸਕਸ ਕਰ ਲੈਣੀ ਹੈ। ਠੀਕ ਹੈ ਜੀ, NIA क्या है? ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਤੁਸੀਂ ਕਹਿ ਸਕਦੇ ਹੋ। ਦੇਖੋ ਬੇਸਿਕਲੀ ਇਹ 2008 ਤੋਂ ਬਾਅਦ ਜਿਹੜੀ ਇਹ ਪਿਕਚਰ 'ਚ ਆਈ ਸੀ। ਤੁਹਾਨੂੰ ਪਤਾ ਹੈ 2008 'ਚ ਇੱਕ ਇੰਪੋਰਟੈਂਟ ਇਵੈਂਟ ਹੋਇਆ ਸੀ ਇੰਡੀਆ ਵਿੱਚ, ਉਹ ਸੀ ਆਪਣੇ ਮੁੰਬਈ 'ਚ 26/11 ਤੇ ਜੋ ਅਟੈਕ ਹੋਏ। ਠੀਕ ਹੈ, ਤਾਜ ਹੋਟਲ ਤੇ ਤੁਹਾਨੂੰ ਪਤਾ ਹੈ, ਤੇ ਹੋਰ ਵੇਰੀਅਸ ਜਗ੍ਹਾਵਾਂ ਤੇ ਮੁੰਬਈ 'ਚ ਅਟੈਕ ਹੋਏ ਸੀ, ਡੈਡਲੀ ਟੈਰਰ ਅਟੈਕ ਹੋਏ ਸੀ। ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੂੰ ਇਹ ਲੱਗਿਆ ਕਿ ਟੈਰਰਿਜ਼ਮ ਨੂੰ ਫਾਈਟ ਕਰਨ ਲਈ ਸਾਨੂੰ ਇੱਕ ਡੈਡੀਕੇਟਿਡ ਏਜੰਸੀ ਦੀ ਲੋੜ ਹੈ, ਐਂਡ ਉਸ ਟਾਈਮ ਤੇ NIA ਏਜੰਸੀ ਜਿਹੜੀ ਹੈ ਉਹ ਲਾਂਚ ਹੋਈ ਸੀ। ਤਾਂ ਤੁਸੀਂ ਕਹਿ ਸਕਦੇ ਹੋ ਆਫਟਰ 26/11 ਮੁੰਬਈ ਅਟੈਕਸ ਇਹ NIA ਏਜੰਸੀ ਜਿਹੜੀ ਹੈ ਉਹ ਆਪਰੇਸ਼ਨ ਵਿੱਚ ਆਈ ਸੀ। ਇਹ ਇੱਕ ਸਟੈਚੂਟਰੀ ਬਾਡੀ ਹੈ। ਸਟੈਚੂਟਰੀ ਮਤਲਬ ਲਾਅ ਦੇ ਅਕੋਰਡਿੰਗ, NIA ਐਕਟ ਦੇ ਅਕੋਰਡਿੰਗ ਇਹ ਐਸਟੈਬਲਿਸ਼ ਕੀਤੀ ਗਈ ਹੈ, ਐਂਡ ਉਹਦੇ ਅਕੋਰਡਿੰਗ ਹੀ ਆਪਰੇਸ਼ਨਸ ਕਰਦੀ ਹੈ, ਆਪਦੇ ਕੰਮ ਕਰਦੀ ਹੈ। ਠੀਕ ਹੈ ਜੀ, ਇਸ ਲਈ ਇਹ ਬਹੁਤ ਹੀ ਇੰਪੋਰਟੈਂਟ ਏਜੰਸੀ ਹੈ। ਇਹ ਸਾਰੇ ਟੈਰਰਿਜ਼ਮ ਰਿਲੇਟਿਡ, ਐਂਟੀ ਟੈਰਰਿਜ਼ਮ ਜਿਹੜਾ ਹੈ ਇਹਦਾ ਮੇਨ ਰੋਲ ਹੈ। ਆਲਦੋ ਹੁਣ ਗਵਰਨਮੈਂਟ ਨੇ ਚੇਂਜਿਸ ਕਰਕੇ, ਰਿਫਾਰਮਸ ਕਰਕੇ ਐਕਟਸ 'ਚ ਬਹੁਤ ਸਾਰੇ ਹੋਰ ਰੋਲਸ ਜਿਹੜੇ NIA ਨੂੰ ਦੇਤੇ ਹੈ, ਬਟ ਪ੍ਰਾਇਮਰੀ ਰੋਲ ਇਹਦਾ ਹੈ ਇੰਡੀਆ ਦੇ ਵਿੱਚ ਟੈਰਰਿਜ਼ਮ ਨੂੰ ਕੰਟਰੋਲ ਕਰਨਾ, ਫਾਈਟ ਕਰਨਾ। ਕਿਸੇ ਵੀ ਤਰੀਕੇ ਨਾਲ ਟੈਰਰਿਜ਼ਮ ਜਿਹੜੀ ਹੈ ਇੰਡੀਆ ਦੀ ਸਿਕਿਉਰਿਟੀ ਸੋਵਰੈਨਿਟੀ ਤੇ ਇੰਪੈਕਟ ਨਾ ਕਰ ਸਕੇ, ਉਹ NIA ਨੇ ਦੇਖਣਾ ਹੈ। ਠੀਕ ਹੈ ਜੀ, ਇਹ ਇੰਪੋਰਟੈਂਟ ਫੀਚਰਸ ਹੋ ਗਏ। ਹੁਣ ਅਗਰ ਆਪਾਂ ਹੋਰ ਇਹਦੇ ਬਾਰੇ ਡਿਟੇਲ ਡਿਸਕਸ ਕਰੀਏ ਤਾਂ ਇਹ ਮਿਨਿਸਟਰੀ ਆਫ ਹੋਮ ਅਫੇਅਰਸ, ਇੱਥੇ ਇੱਕ ਹੋਰ ਫੈਕਟ ਐਡ ਕਰ ਲਓ, ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਹੈ। ਹੁਣ ਤੁਸੀਂ ਕਹੋਗੇ ਕਿ ਹੋਮ ਅਫੇਅਰਸ ਕਿਉਂ ਔਰ ਡਿਫੈਂਸ ਦੇ ਅੰਡਰ ਕਿਉਂ ਨਹੀਂ? ਤਾਂ ਦੇਖੋ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਇੰਡੀਆ ਦੀ, ਇੰਟਰਨਲ ਸਿਕਿਉਰਿਟੀ ਉਹ ਹੋਮ ਅਫੇਅਰਸ ਦੀ ਮਿਨਿਸਟਰੀ ਦੇ ਨੀਚੇ ਹੈ। ਠੀਕ ਹੈ, ਡਿਫੈਂਸ ਜਿਹੜੀ ਹੈ ਮਿਨਿਸਟਰੀ ਯੂਜੂਅਲੀ ਐਕਸਟਰਨਲ ਸਿਕਿਉਰਿਟੀ ਇੰਡੀਆ ਦੀ ਦੇਖਦੀ ਹੈ, ਇੰਡੀਆ ਦੀ ਬਾਰਡਰ ਸਿਕਿਉਰਿਟੀ ਦੇਖਦੀ ਹੈ ਕਿ ਹੋਰ ਕੋਈ ਦੇਸ਼ ਜਿਹੜਾ ਹੈ ਇੰਡੀਆ ਤੇ ਅਟੈਕ ਨਾ ਕਰ ਪਾਵੇ। ਬਟ ਇੰਟਰਨਲ ਸਿਕਿਉਰਿਟੀ ਹੈ, ਇੰਟਰਨਲ ਇਸ਼ੂਜ਼ ਨੂੰ ਡੀਲ ਕਰਨ ਲਈ ਮਿਨਿਸਟਰੀ ਆਫ ਹੋਮ ਅਫੇਅਰਸ ਡੀਲ ਕਰਦੀ ਹੈ। ਇਸੇ ਲਈ
NIA भी जिहड़ी है मिनिस्ट्री ऑफ होम अफेयर्स के अंडर है। ठीक है जी, ये बहुत इंपॉर्टेंट फैक्ट है, याद रखना है। ਤੁਹਾਨੂੰ ਇਹੀ 4 ऑप्शंस ਜਿਹੜੇ ਹੈ ਜਿਹੜੀਆਂ ਇੱਥੇ ਆਪਾਂ ਸਟੇਟਮੈਂਟਸ ਲਿਖਤੀਆਂ ਹੈ ਇਹ ਤੇ ਹੀ ਪ੍ਰੀਲਿਮਸ ਦਾ ਕੁਐਸਚਨ बनना है। NIA is a constitutional body, NIA is under Ministry of Defence, तो फिर लिख देंगे चूज द करेक्ट ऑप्शंस। दोनों ही ऑप्शन गलत होंगे क्योंकि ये ना कॉन्स्टिट्यूशनल है, ये स्टेचुटरी है, ना ये मिनिस्ट्री ऑफ डिफेंस के अंडर है, ये मिनिस्ट्री ऑफ होम अफेयर्स के अंडर है। ठीक है जी, ये इंपॉर्टेंट फैक्चुअल इन्फॉर्मेशन है। अगर तुसी देखो NIA की जुरिस्डिक्शन बहुत ही वास्ट है, विद इन इंडिया भी ये ऑपरेट करती है, सिटीजनस नू इन्वेस्टिगेट कर सकती है, आउटसाइड इंडिया ऑल्सो इट कैन इन्वेस्टिगेट, शिप्स ते एयरक्राफ्ट्स ते जो इंडियंस बैठे है उन्होंने ते भी ये जो है इन्वेस्टिगेट कर सकती है। ये हैडकुआटर्स न्यू दिल्ली विच है तो ब्रांचेस वेरीअस सिटीज़ दे विच प्रेजेंट ने। ठीक है जी, हुण एक शेड्यूल्ड ऑफेंसिस एक इंपॉर्टेंट टर्म है, तुसी कन्फ्यूज ना हो तो इसलिए मैं तुहानू समझा दिन्नी है। शेड्यूल्ड ऑफेंस क्या हुंदा है? जो भी ऑफेंसिस NIA एक्ट दे विच मैंशनड ने, जो भी ऑफेंसिस NIA एक्ट दे विच मैंशनड ने वो सब NIA जिहड़ी है इन्वेस्टिगेट करूगी, ਉਹਨਾਂ ਨੂੰ ਹੀ ਸ਼ੈਡਿਊਲਡ ऑफेंस ਕਹਿੰਦੇ ਨੇ। ठीक है, NIA एक्ट ਦੇ ਵਿੱਚ ਜੋ ਮੈਂਸ਼ਨਡ ਨੇ ਉਹਨਾਂ ਨੂੰ ਸ਼ੈਡਿਊਲਡ ऑफेंस ਕਹਿੰਦੇ ਆ। ਜਿਵੇਂ ਕਿ ਹੁਣ ਦੇਖੋ ਇਹ ਸਭ ऑफेंसेस NIA एक्ट ਦੇ ਵਿੱਚ ਮੈਂਸ਼ਨ ਨੇ, ਐਟੋਮਿਕ એનર્ਜੀ ਐਕਟ ਦੇ ਨਾਲ ਰਿਲੇਟਡ, UAPA ਦੇ ਨਾਲ ਰਿਲੇਟਡ, ਐਕਸਪਲੋਸਿਵ ਸਬਸਟੈਂਸਸ, ਐਂਟੀ ਹਾਈਜੈਕਿੰਗ, ਸਪਰੈਸ਼ਨ ਆਫ ਅਨਲॉफुल एक्ट्स। ठीक है, ये सब याद करने की लोड़ नहीं है, बट एक बार रीडिंग जरूर दे दो ताकि तुहानू आइडिया रहे कि NIA के अंडर किहड़े-किहड़े ऑफेंसिस कवर हो रहे हैं। ठीक है जी, एग्जैक्टली ये याद करने की लोड़ नहीं है, बट बेसिक आइडिया तो मिल जूगा, इसलिए थोड़ा ये एक्ट्स जड़ियाँ है पढ़ लेना। साक कन्वेंशन, सप्रेशन ऑफ अनलॉफुल एक्ट्स, वेपन्स ऑफ मास डायरेक्शन, ये सब। ठीक है जी, नैक्सट इंपॉर्टेंट फैक्ट NIA के बारे, स्पैशल कोर्ट्स ये अंडर सैटअप किए जाते हैं। NIA के कोर्ट्स केसिस नू डील करन लई ਜਦੋਂ NIA ਕਹੂਗੀ ਕਿ ਇਹ ਪਰਸਨ ਜਾਂ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਰਿਸਪੌਂਸਿਬਲ ਹੈ ਟੈਰਰਿਜ਼ਮ ਲਈ, ਤਾਂ ਉਹ ਕੇਸ ਨੂੰ ਜੱਜ ਕੋਲ ਵੀ ਤਾਂ ਲੈ ਕੇ ਜਾਣਾ ਪਊਗਾ ਨਾ। ਤਾਂ ਉਹਦੇ ਲਈ ਸਪੈਸ਼ਲ ਕੋਰਟਸ, ਸਪੈਸ਼ਲ NIA ਕੋਰਟਸ ਸੈਟਅਪ ਹੁੰਦੇ ਨੇ। ਨਾਰਮਲ ਕੋਰਟਸ ਦੇ ਥਰੂ ਡਾਇਰੈਕਟਲੀ ਪ੍ਰੋਸੀਜਰ ਨਹੀਂ ਜਾਂਦਾ, ਸਪੈਸ਼ਲ ਕੋਰਟਸ NIA ਕੋਰਟ ਸੈਟਅਪ ਹੁੰਦੇ ਨੇ ਜਿਹਦੇ ਅੰਦਰ ਇਹ ਕੇਸ ਸੁਣਿਆ ਜਾਂਦਾ ਹੈ। ਤਾਂ ਉਹ ਸਪੈਸ਼ਲ ਕੋਰਟਸ ਵੀ NIA ਐਕਟ ਦੇ ਅੰਡਰ ਪ੍ਰੋਵੀਜ਼ਨ ਬਣਾਈ ਗਈ ਹੈ, इंपॉर्टेंट प्रोविजन है। ठीक है जी, हुण NIA किवें एक केस नू प्रॉब कर सकती है? स्टेट गवर्नमेंट कह सकती है कि सानू लगदा है इस परसन या इस ऑर्गेनाइजेशन ते डाउट है, असी चाहते हैं कि तुसी केस इन्वेस्टिगेट करो, तो NIA वो केस लै सकती है। सेंट्रल गवर्नमेंट अगर कोई डायरैक्शन दिंदी है कि NIA ये केस तुसी इन्वेस्टिगेट करना है, तो उस केस च NIA जिहड़ी है विद इन इंडिया एंड इवन आउटसाइड इंडिया जोड़े है केसिस जोड़े है इन्वेस्टिगेट कर सकती है। ठीक है जी, ये सब इसकी जुरिस्डिक्शन है, इंपॉर्टेंट है, ये भी याद रखो। वाइड रेंज ऑफ फंक्शंस है, तुसी कह सकते हो। अगर आप फंक्शंस देखिए NIA दे, तो सब तो पहला देखो इन्वेस्टिगेशन ही करना। अगर कोई टैररिज्म रिलेटेड पर्सन है या एजेंसी है, उसकी इन्वेस्टिगेशन करना, इंटैलीजेंस नू इंटरप्रेट करना। इंटैलीजेंस गैदर तो तुहाडियां एजेंसीज लाइक रॉ या IB वगैरह करदियां हैं। इंटैलीजेंस नू इंटरप्रेट करना, टैररिज्म नू प्रिवेंट करना, वो ये टास्क परफॉर्म करूगी। मॉडर्न टैक्नोलॉजी नू यूज़ करना ताकि टैररिज्म नू कंट्रोल किया जाए, वो इहदा टास्क है। टैररिज्म रिलेटेड डाटाबेस बनाना। ठीक है, मतलब एजेंसीज ते ਇਹ ਜਿਹੇ ਪਰਸਨਸ ਦਾ ਲਿਸਟ ਬਣਾ ਕੇ ਰੱਖਣਾ ਜੋ ਇੰਡੀਆ ਨੂੰ ਥ੍ਰੈਟ, ਟੈਰਰਿਸਟ ਥ੍ਰੈਟ ਜਿਹੜਾ ਹੈ ਪ੍ਰੈਜ਼ੈਂਟ ਕਰਦੇ ਨੇ, ਇਹ ਵੀ NIA ਦਾ ਕੰਮ ਹੈ। ਠੀਕ ਹੈ, ਟੈਰਰਿਜ਼ਮ ਰਿਲੇਟਡ ਲਾਜ਼ ਨੂੰ ਸਟੱਡੀ ਕਰਨਾ। ਇੰਡੀਆ ਦੇ ਵਿੱਚ ਜਿਹੜੇ ਲਾਜ਼ ਨੇ ਟੈਰਰਿਜ਼ਮ ਰਿਲੇਟਡ, ਉਹ ਸਫੀਸ਼ੀਐਂਟ ਨੇ, ਉਹ ਇੰਡੀਆ ਨੂੰ ਪ੍ਰੋਟੈਕਟ ਕਰ ਸਕਦੇ ਹੈ ਜਾਂ ਨਹੀਂ, ਇਹ ਸਭ ਵੀ NIA ਜਿਹੜਾ ਹੈ ਦੇਖਦੀ ਹੈ। ਸਪੀਡੀ ट्रायल इंश्योर करना, स्पीडी ट्रायल इन टैररिज्म केसिस इंश्योर करना, यह भी NIA का काम है। ठीक है जी, ये इंपॉर्टेंट फंक्शंस ने, याद रखो। NIA ते नोट लिखन लई आ सकता है GS 3 दे विच सिक्योरिटी दे विच, तो इसलिए बेसिक इन्फॉर्मेशन दे नाल नाल
कि ਇਹ ਸਟੇਚੂਟਰੀ ਹੈ, 2008 ਚ ਬਣੀ ਹੈ, ਸ਼ੈਡਿਊਲਡ ਓਫੈਂਸਿਸ ਨੇ, ਸਪੈਸ਼ਲ ਕੋਰਟਸ ਨੇ, ਉਹਦੇ ਨਾਲ ਇਹਦੇ ਫੰਕਸ਼ਨਸ ਯਾਦ ਰੱਖੋ। ਇਹੀ ਤੁਸੀਂ ਆਨਸਰ 'ਚ ਲਿਖ ਪਾਓਗੇ। ਠੀਕ ਹੈ ਜੀ। ਤਾਂ ਹੁਣ ਰੀਸੈਂਟਲੀ NIA ਦੇ ਵਿੱਚ ਕੁਝ ਰਿਫਾਰਮਸ ਕੀਤੇ ਗਏ ਸੀ। NIA ਅਮੈਂਡਮੈਂਟ ਬਿੱਲ ਇੰਟਰੋਡਿਊਸ ਕਰਕੇ ਕੁਝ ਚੇਂਜਸ ਕੀਤੇ ਗਏ ਆ। ਜਿਵੇਂ ਮੈਂ ਤੁਹਾਨੂੰ ਦੱਸਿਆ, ਹੁਣ ਟੈਰਰਿਜ਼ਮ ਤੋਂ ਇਲਾਵਾ ਨਿਊ ਓਫੈਂਸਿਸ ਜਿਹੜੇ ਹੈ NIA ਦੇ ਅੰਡਰ ਆ ਗਏ ਨੇ। ਹੁਣ NIA ਇਹਨਾਂ ਨੂੰ ਵੀ ਇਨਵੈਸਟੀਗੇਟ ਕਰੂਗੀ, ਜਿਵੇਂ ਕਿ ਹਿਊਮਨ ਟ੍ਰੈਫਿਕਿੰਗ ਨਾਲ ਰਿਲੇਟਡ ਕੇਸਿਸ, ਰਾਈਟ, ਸਾਈਬਰ ਟੈਰਰਿਜ਼ਮ ਨਾਲ ਰਿਲੇਟਡ, ਐਕਸਪਲੋਸਿਵ ਸਬਸਟੈਂਸਿਸ ਨਾਲ ਰਿਲੇਟਡ, ਕਾਊਂਟਰਫੀਟ ਕਰੰਸੀ ਨਾਲ ਰਿਲੇਟਡ। ਸੋ ਹੁਣ ਜਿਹੜੀ ਇਹਦੀ ਯੂ ਕੈਨ ਸੇ ਜਿਹੜੀ ਇਹਦਾ ਐਂਬਿਟ ਹੈ, ਐਂਬਿਟ ਆਫ NIA, ਉਹ ਐਕਸਪੈਂਡ ਕਰ ਦਿੱਤਾ ਗਿਆ ਹੈ। ਠੀਕ ਹੈ। ਹੁਣ ਸਿਰਫ ਟੈਰਰਿਜ਼ਮ ਹੀ ਨਹੀਂ ਬਟ ਇਹ ਸਾਰੇ ਓਫੈਂਸਿਸ ਨਾਲ ਵੀ NIA ਜਿਹੜੀ ਹੈ ਥੋੜਾ ਡੀਲ ਕਰੇਗੀ। ਠੀਕ ਹੈ। ਨਾਲ ਹੋਰ ਕਿਆ ਚੇਂजेस ਆਏ ਹੈ, ਜੁਰਿਸਡਿਕਸ਼ਨ ਐਕਸਪੈਂਡ ਹੋਈ ਹੈ, ਐਂਬਿਟ ਐਕਸਪੈਂਡ ਹੋਇਆ ਹੈ। ਠੀਕ ਹੈ। ਸਪੈਸ਼ਲ ਕੋਰਟਸ ਦਾ ਜਿਹੜਾ ਪ੍ਰੋਵੀਜ਼ਨ ਹੈ, ਨੋਰਮਲ ਕੋਰਟਸ ਨੂੰ ਵੀ, ਨੋਰਮਲ ਸੈਸ਼ਨ ਕੋਰਟ ਨੂੰ ਵੀ ਸਪੈਸ਼ਲ ਕੋਰਟ ਡਿਕਲੇਅਰ ਕੀਤਾ ਜਾ ਸਕਦਾ ਅਗਰ NIA ਦਾ ਕੋਈ ਕੇਸ ਜਿਹੜਾ ਹੈ ਡੀਲ ਕਰਨਾ ਹੈ, ਰਾਈਟ। ਇਹ ਵੀ ਇੱਕ ਚੇਂਜ ਕੀਤਾ ਗਿਆ। ਠੀਕ ਹੈ। ਥੋੜਾ ਰਿਫਾਰਮਸ ਯਾਦ ਰੱਖੋ, ਰਿਫਾਰਮ ਤੇ ਕੁਐਸਚਨ ਆ ਸਕਦਾ ਹੈ। ਥੋੜਾ ਬਹੁਤ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈ ਕਿ ਤੁਸੀਂ ਪੈਰਲਲ ਇੱਕ ਪੁਲਿਸ ਏਜੰਸੀ ਬਣਾਤੀ ਹੈ, ਇੰਟਰਨਲ ਸਿਕਿਉਰਿਟੀ ਦੇ ਕੇਸਿਸ ਪੁਲਿਸ ਨੂੰ ਦੇਖਣੇ ਚਾਹੀਦੇ ਨੇ, ਦੈਟ ਇਜ਼ ਵਾਈ ਪੁਲਿਸ ਇਜ਼ ਦੇਅਰ ਫॉर ਇੰਟਰਨਲ ਸਿਕਿਉਰਿਟੀ। ਤਾਂ ਫਿਰ ਇਹ NIA ਕਿਉਂ ਬਣਾਈ ਗਈ ਹੈ, ਇੱਕ ਪੈਰਲਲ ਸਟਰਕਚਰ ਜਿਹੜਾ ਕਿ ਸੈਂਟਰਲ ਗਵਰਨਮੈਂਟ ਦੇ ਅੰਡਰ ਆਉਂਦਾ ਹੈ, ਜਦਕਿ ਪੁਲਿਸ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਕੰਟਰੋਲ ਕਰਦੀ ਹੈ। ਤਾਂ NIA ਇਹ ਜਿਹੜੇ ਰਿਫਾਰਮਸ ਨੇ ਇਹਨਾਂ ਨੂੰ ਐਂਟੀ ਫੈਡਰਲ ਵੀ ਦੇਖਿਆ ਜਾ ਰਿਹਾ ਹੈ, ਕਈ ਕ੍ਰਿਟਿਸਿਜ਼ਮ ਕਈ ਕ੍ਰਿਟਿਕਸ ਦੇ ਦੁਆਰਾ। ਉਹਨਾਂ ਨੂੰ ਲੱਗ ਰਿਹਾ ਹੈ ਕਿ ਗਵਰਨਮੈਂਟ ਨੇ, ਸੈਂਟਰਲ ਗਵਰਨਮੈਂਟ ਨੇ ਇਹ ਇੱਕ ਸੁਪਰ ਏਜੰਸੀ, ਪੈਰਲਲ ਏਜੰਸੀ ਬਣਾ ਦਿੱਤੀ ਹੈ ਤਾਂ ਕਿ ਸਟੇਟ ਲੈਡ ਪੁਲਿਸ ਨੂੰ ਬਾਈਪਾਸ ਕੀਤਾ ਜਾ ਸਕੇ। ਠੀਕ ਹੈ ਜੀ। ਇਹ ਥੋੜਾ ਇਹਦਾ ਕ੍ਰਿਟਿਸਿਜ਼ਮ ਹੈ। ਇਹ ਪੁਆਇੰਟਸ ਲਿਖ ਕੇ ਰੱਖੋ, ਤੁਹਾਨੂੰ ਆਨਸਰ ਲਿਖਣ 'ਚ ਕਾਫੀ ਹੈਲਪ ਆਣਗੇ। NIA ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਨੂੰ ਇਹਦੀ ਬੇਸਿਕ ਫੈਕਚੁਅਲ ਡਿਟੇਲਸ, ਫੰਕਸ਼ਨਸ ਤੇ ਇਹਦੇ ਰਿਫਾਰਮਸ ਜਿਹੜੇ ਰੀਸੈਂਟ ਆਏ ਹੈ, ਇਹ ਯਾਦ ਰੱਖੋ, ਤੁਹਾਨੂੰ ਕਾਫੀ ਆਨਸਰ ਕਰਨ 'ਚ ਇਹ ਹੈਲਪ ਆਣਗੇ। ਠੀਕ ਹੈ ਜੀ। ਚਲੋ ਹੁਣ ਲਾਸਟ ਟੌਪਿਕ ਅੱਜ ਦੀ ਡਿਸਕਸ਼ਨ ਦਾ, ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਆਪਾਂ ਡਿਸਕਸ ਕਰ ਲੈਂਦੇ ਹਾਂ। ਪ੍ਰਾਈਮ ਮਿਨਿਸਟਰ ਮੋਦੀ ਮੇਕਸ ਸਟਰੋਂਗ ਪਿਚ ਫॉर ਯੂਜ਼ ਐਂਡ ਪ੍ਰਮੋਸ਼ਨ ਆਫ ਮਿਲਟਸ। ਠੀਕ ਹੈ ਜੀ। ਮਿਲਟ ਕ੍ਰੌਪ ਬਹੁਤ ਹੀ ਹਾਈਲੀ ਇੰਪੋਰਟੈਂਟ ਟੌਪਿਕ ਤੁਹਾਡੇ ਲਈ, ਐਸੇ ਵੀ ਆ ਸਕਦਾ ਹੈ ਤੇ ਮੇਨਸ 'ਚ ਇੱਕ ਨਾ ਕੁਐਸਚਨ ਤਾਂ ਪੱਕਾ ਇਸ ਸਿਵਲ ਸਰਵਿਸਿਜ਼ ਦੇ ਐਗਜ਼ਾਮੀਨੇਸ਼ਨ 'ਚ ਆਉਣਾ ਹੈ। ਵਾਈ? ਇਹਦਾ ਕਾਰਨ ਹੈ, ਮੈਂ ਬਿਨਾਂ ਕਾਰਨ ਇਹ ਨਹੀਂ ਕਹਿ ਰਹੀ ਹਾਂ, ਕਿਉਂਕਿ ਆਪਣਾ 2023 ਇੰਡੀਆ ਦੇ ਕਹਿਣ ਦੇ ਉੱਤੇ UN ਨੇ ਐਜ਼ ਐਨ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕੀਤਾ ਹੈ। ਠੀਕ ਹੈ ਜੀ। ਤਾਂ ਮਤਲਬ ਅਗਲਾ ਪੂਰਾ ਸਾਲ ਮਿਲਟ ਦੀ ਅਵੇਅਰਨੈਸ ਤੇ ਇੰਡੀਅਨ ਗਵਰਨਮੈਂਟ ਵਰਕ ਕਰੂਗੀ, UN ਵਰਕ ਕਰੂਗਾ। ਤਾਂ ਤੁਸੀਂ ਦੇਖੋਗੇ ਅਗਲੇ ਸਾਲ ਮਿਲਟਸ ਜਿਹੜਾ ਹੈ ਅਗੇਨ ਐਂਡ ਅਗੇਨ ਡਿਸਕਸ਼ਨ 'ਚ ਆਊਗਾ। ਐਂਡ ਦੈਟ ਇਜ਼ ਵਾਈ ਪੰਜਾਬ PCS 2023 'ਚ ਕਿਤੇ ਨਾ ਕਿਤੇ ਮਿਲਟਸ ਦਾ ਕੁਐਸਚਨ ਜਾਂ ਟੌਪਿਕ ਪੱਕਾ ਆਊਗਾ। ਇਹ ਤੁਸੀਂ ਲਿਖ ਕੇ ਲੈ ਲਓ, ਤੁਹਾਨੂੰ ਇਹ ਪੱਕਾ ਆਏਗਾ। ਇਸ ਲਈ ਮਿਲਟਸ ਤੇ ਡਿਟੇਲਡ ਡਿਸਕਸ਼ਨ ਕਰਨਾ ਬਹੁਤ ਜ਼ਰੂਰੀ ਹੈ, ਜਿਹੜੀ ਕਿ ਮੈਂ ਅੱਜ ਤੁਹਾਡੇ ਨਾਲ ਕਰਨ ਵਾਲੀ ਹੈ। ਇਹਨੂੰ ਜਿੰਨਾ ਵੀ ਇੱਥੇ ਕੰਟੈਂਟ ਲਿਖਿਆ ਇਹਦੇ ਨੋਟਸ ਬਣਾ ਕੇ ਰੱਖੋ, ਇਹਨਾਂ ਨੂੰ ਰਿਪੀਟਡਲੀ ਰਿਵਾਈਜ਼ ਕਰੋ, ਤੁਹਾਨੂੰ ਬਹੁਤ ਸਾਰੇ ਕੁਐਸਚਨਸ ਆਨਸਰ ਕਰਨ 'ਚ ਹੈਲਪ ਕਰਨਗੇ, ਚਾਹੇ ਪ੍ਰੀਲਿਮਸ ਹੋਵੇ ਚਾਹੇ ਮੇਨਸ। ਠੀਕ ਹੈ ਜੀ। ਪਹਿਲਾਂ ਮਿਲਟਸ ਦੇਖ ਲੈਂਦੇ ਹਾਂ ਹੁੰਦਾ ਕੀ ਹੈ। ਜਿਵੇਂ ਕਿ ਤੁਸੀਂ ਦੇਖਦੇ ਹੀ ਹੋ, ਜਵਾਰ, ਬਾਜਰਾ, ਰਾਗੀ, ਚਨਾ, ਕੋਦੂ, ਕੰਗਣੀ, ਇਹ ਸਭ ਮਿਲਟਸ ਨੇ। ਠੀਕ ਹੈ। 16 ਤੋਂ ਜ਼ਿਆਦਾ ਵੈਰਾਈਟੀਆਂ ਜਿਹੜੀਆਂ ਹੈ ਇੰਡੀਆ ਪ੍ਰੋਡਿਊਸ ਤੇ ਐਕਸਪੋਰਟ ਕਰਦਾ ਹੈ। ਡਿਫਰੈਂਟ ਟਾਈਪ ਆਫ ਮਿਲਟਸ ਆਰ ਦੇਅਰ। ਜਵਾਰ ਸਾਰਿਆਂ ਨਾਲੋਂ ਜ਼ਿਆਦਾ ਪ੍ਰੋਡਿਊਸ ਹੋਣ ਵਾਲੀ ਪੂਰੀ ਦੁਨੀਆ ਵਿੱਚ ਮਿਲਟ ਹੈ। ਠੀਕ ਹੈ। ਇਹਨਾਂ ਦੇ ਇਹ ਨਾਮ ਵੀ ਹੈ, ਸੋਰਗਮ, ਪਰਲ ਮਿਲਟ, ਫਿੰਗਰ ਮਿਲਟ, ਇੰਗਲਿਸ਼ ਇਹਨਾਂ ਦੇ ਇਹ ਨਾਮ ਨੇ। ਤਾਂ ਇਹ ਬੇਸਿਕਲੀ ਮਿਲਟਸ ਹੁੰਦੀਆਂ ਨੇ। ਹੋਰ ਇਹਦੇ ਬਾਰੇ ਇੱਕ ਇੰਪੋਰਟੈਂਟ ਫੈਕਟ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਮਿਲਟਸ ਜਿਹੜੀਆਂ ਸੀ ਫਰਸਟ ਕ੍ਰੌਪਸ ਤੁਸੀਂ ਕਹਿ ਸਕਦੇ ਹੋ, ਜੋ ਇਨਸਾਨ ਨੇ ਐਜ਼ ਐਨ ਐਗਰੀਕਲਚਰਲਿਸਟ ਸਟਾਰਟ ਕੀਤੀਆਂ, ਡੋਮੈਸਟੀਕੇਟ ਕੀਤੀਆਂ। ਮਿਲਟਸ ਨੂੰ ਫਰਸਟ ਕ੍ਰੌਪ ਵੀ ਮੰਨਿਆ ਜਾਂਦਾ ਹੈ। ਇੰਡਸ ਵੈਲੀ ਟਾਈਮ 'ਤੇ ਜਿਹੜੀ 3000 BC ਵਿੱਚ ਸੀਗੀ, ਇੰਡਸ ਵੈਲੀ ਜਿਹੜੀ ਆਪਣੀ ਮੇਜਰਲੀ ਪੰਜਾਬ ਦੇ ਏਰੀਆ 'ਚ, ਉੱਥੇ ਵੀ ਮਿਲਟਸ ਜਿਹੜੀਆਂ ਹੈ ਪ੍ਰੋਡਿਊਸ ਕੀਤੀਆਂ ਗਈਆਂ ਹੈ। ठीक है। ये सब तुसी इंट्रोडक्टरी सेंटेंसेस यूज़ कर सकते हो, इसीलिए थोड़ी इन्फॉर्मेशन लिख के रखो, अच्छी इन्फॉर्मेशन है।
ਹੁਣ ਜੋਗ੍ਰਾਫਿਕਲ ਕੰਡੀਸ਼ਨਸ ਇਹ ਦੇਖੋ, ਜੋਗ੍ਰਾਫੀ GS1 ਚ ਵੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਇਸ ਲਈ ਮੈंने ਜੋਗ੍ਰਾਫਿਕਲ ਕੰਡੀਸ਼ਨਸ ਵੀ ਇਹਦੀਆਂ ਇਨਕਲੂਡ ਕੀਤੀਆਂ ਹੈ। ਇਹਨਾਂ ਦਾ ਗਰੋਇੰਗ ਪੀਰੀਅਡ ਬਹੁਤ ਹੀ ਸ਼ਾਰਟ ਹੁੰਦਾ ਹੈ। ਅਗਰ ਤੁਸੀਂ ਦੇਖੋ 70 to 100 ਡੇਜ਼ ਹੀ ਹੁੰਦਾ ਹੈ, ਜਦ ਕਿ ਅਗਰ ਤੁਸੀਂ ਪੈਡੀ ਵੀਟ ਦਾ ਦੇਖੋ ਤਾਂ 120 ਤੋਂ 150 ਦੇ ਦਿਨ ਜੋ ਹੈ ਉਹਨਾਂ ਦਾ ਗਰੋਇੰਗ ਪੀਰੀਅਡ ਹੁੰਦਾ ਹੈ। ਇਹਦਾ 70 to 80 ਡੇਜ਼ ਹੀ ਹੁੰਦਾ ਹੈ, ਸ਼ਾਰਟ ਗਰੋਇੰਗ ਪੀਰੀਅਡ ਹੈ। ਵਾਟਰ ਰਿਕੁਆਇਰਮੈਂਟਸ ਬਹੁਤ ਘੱਟ ਹੁੰਦੀਆਂ ਇਹਨਾਂ ਦੀਆਂ, ਦੇਖੋ ਆਲਮੋਸਟ ਹਾਫ ਹੈ। ਇਹ ਵਾਲੀਆਂ ਜਿਹੜੀਆਂ ਹੈ ਰਾਈਸ ਵੀਟ ਦੀਆਂ ਹੈ, ਰਾਈਸ ਦੀ ਤੁਸੀਂ ਕਹਿ ਸਕਦੇ ਹੋ, ਤੇ ਮਿਲਟਸ ਨੂੰ ਸਿਰਫ 350 ਤੋਂ 500 mm ਪਾਣੀ ਚਾਹੀਦਾ ਹੈ। ਇਸ ਲਈ ਇਹਨਾਂ ਨੂੰ ਡਰਾਈ ਏਰੀਆਜ਼ 'ਚ ਵੀ ਬਹੁਤ ਉਗਾਇਆ ਜਾਂਦਾ ਹੈ, ਕਿਉਂਕਿ ਇਹ ਮੇਨਲੀ ਰੇਨ ਵਾਟਰ ਨਾਲ ਸਫੀਸ਼ੀਐਂਟਲੀ ਗਰੋ ਕਰ ਸਕਦੀਆਂ ਨੇ। ਠੀਕ ਹੈ ਜੀ, ਇਹ ਖਰੀਫ ਕ੍ਰੌਪ ਹੈ, ਇਹ ਸਟੇਟਮੈਂਟਸ 'ਚ ਆ ਸਕਦਾ ਹੈ, ਇਹਨੂੰ ਯਾਦ ਰੱਖਣਾ ਹੈ। ਈਵਨ ਪੂਅਰ ਕੁਆਲਿਟੀ ਜਾਂ ਪੂਅਰ ਫਰਟੀਲਿਟੀ ਵਾਲੀ ਸੋਇਲ ਤੇ ਵੀ ਇਹ ਗਰੋ ਹੁੰਦੀਆਂ ਹੈ। ਠੀਕ ਹੈ, ਦੈਟ ਇਜ਼ ਵਾਈ ਮਿਲਟਸ ਇੰਨੀਆਂ ਇੰਪੋਰਟੈਂਟ ਹੈ, ਦੈਟ ਇਜ਼ ਵਾਈ ਮਿਲਟਸ ਨੂੰ ਇੰਨਾ ਸਿਗਨੀਫਿਕੈਂਸ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਬਹੁਤ ਹੀ ਰਿਜ਼ੀਲੀਐਂਟ ਕ੍ਰੌਪਸ ਹੈ। ਰਾਈਸ ਵਾਂਗੂ ਇਹ ਪਾਣੀ ਨਹੀਂ ਖਰਾਬ ਕਰਦੀਆਂ, ਸੋਇਲ ਨਹੀਂ ਖਰਾਬ ਕਰਦੀਆਂ, ਰਿਸੋਰਸਿਸ ਨਹੀਂ ਭਾਲਦੀਆਂ, ਇਹ ਆਪਣੇ ਆਪ ਆਪਾਂ ਨੂੰ ਪ੍ਰੋਡਕਟਿਵਿਟੀ ਦਿੰਦੀਆਂ ਨੇ। ਠੀਕ ਹੈ ਜੀ, ਹੁਣ ਅਗਰ ਆਪਾਂ ਏਰੀਆਜ਼ ਆਫ ਗਰੋਥ ਦੇਖ ਲਈਏ, ਇਹ ਮੈਪ ਬਹੁਤ ਇੰਪੋਰਟੈਂਟ ਹੈ। ਮਿਲਟਸ ਤੇ ਕੋਈ ਵੀ ਕੁਐਸਚਨ ਆਇਆ ਤਾਂ ਇਹ ਮੈਪ ਜ਼ਰੂਰ ਬਣਾਈਓ, ਈਜ਼ੀ ਹੈ, ਥੋੜਾ ਡਰਾ ਕਰਕੇ ਦੇਖੋਗੇ ਤਾਂ ਬਣ ਜਾਣਾ ਹੈ ਤੁਹਾਡੇ ਤੋਂ। ਮੇਜਰ ਏਰੀਆਜ਼ ਆਫ ਮਿਲਟਸ ਅਗਰ ਤੁਸੀਂ ਸ਼ੋ ਕਰਨੇ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਥੋੜਾ ਰਿਪਰੈਜ਼ੈਂਟ ਕਰ ਸਕਦੇ ਹੋ। ਇਨੋਵੇਟਿਵ ਵੇ ਆਫ ਰਿਪਰੈਜ਼ੈਂਟੇਸ਼ਨ ਹੈ। ਇੱਥੇ ਤੁਸੀਂ ਨਾਲ ਸਟੇਟਸ ਮਾਰਕ ਕਰੋ, ਰਾਜਸਥਾਨ, ਗੁਜਰਾਤ। ਤੁਸੀਂ ਪ੍ਰੋਪਰ ਹੈਂਡ ਮੈਪ ਬਣਾਓਗੇ ਤਾਂ ਇਹ ਕਾਫੀ ਅੱਛਾ ਬਣੇਗਾ ਤੁਹਾਡੇ ਤੋਂ। ਰਾਜਸਥਾਨ, ਗੁਜਰਾਤ, ਮਹਾਰਾਸ਼ਟਰਾ, ਕਰਨਾਟਕਾ, ਤਮਿਲਨਾਡੂ, ਹੈ ਨਾ ਜੀ। ਇਸ ਤਰੀਕੇ ਨਾਲ ਤੁਸੀਂ ਮੇਜਰ ਗਰੋਇੰਗ ਏਰੀਆ, ਥੋੜਾ ਉੱਤਰ ਪ੍ਰਦੇਸ਼ ਚ ਵੀ ਕਾਫੀ ਗਰੋਥ ਹੁੰਦੀ ਹੈ ਇਹਨਾਂ ਦੀ, ਇਹ ਸਭ ਏਰੀਆਜ਼ 'ਚ ਗਰੋ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਮੈਪ ਵੀ ਆਪਾਂ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਮੇਜਰ ਏਰੀਆਜ਼ ਆਫ ਗਰੋਥ ਇਹੀ ਸਾਰੇ ਨੇ। ਥੋੜਾ ਕ੍ਰੌਪ ਟੂ ਕ੍ਰੌਪ ਵੇਰੀ ਕਰਦਾ ਹੈ, ਬਟ ਮੇਜਰਲੀ ਅਗਰ ਤੁਸੀਂ ਓਵਰਆਲ ਮਿਲਟਸ ਦਾ ਮੈਪ ਦਿਖਾਣਾ ਹੋਵੇ ਤੁਸੀਂ ਇਹ ਮੈਪ ਜਿਹੜਾ ਹੈ ਸ਼ੋ ਕਰ ਸਕਦੇ ਹੋ। ਠੀਕ ਹੈ ਜੀ, ਨਾਓ ਮਿਲਟ ਪ੍ਰੋਡਕਸ਼ਨ ਦਾ ਅਗਰ ਕੁਝ ਡਾਟਾ ਦੇਖ ਲਿਆ ਆਪਾਂ, ਇੰਡੀਆ 'ਚ ਬਹੁਤ ਹੀ ਸਿਗਨੀਫਿਕੈਂਟ ਪ੍ਰੋਡਕਸ਼ਨ ਹੈ ਇੰਡੀਆ 'ਚ। ਇੰਡੀਆ ਲਾਰਜੈਸਟ ਪ੍ਰੋਡਿਊਸਰ, ਅਗਰ ਤੁਸੀਂ ਗਲੋਬਲੀ ਦੇਖੋ ਤਾਂ ਇੰਡੀਆ ਇਜ਼ ਦੀ ਲਾਰਜੈਸਟ ਪ੍ਰੋਡਿਊਸਰ ਆਫ ਮਿਲਟਸ। पूरी दुनिया च जो है 41% ऑफ ग्लोबल प्रोडक्शन इज़ विद इन इंडिया। 40% ਤੁਸੀਂ ਕਹਿ ਸਕਦੇ ਹੋ ਜਿਹੜੀ ਮਿਲਟਸ ਦੀ ਪ੍ਰੋਡਕਸ਼ਨ ਹੈ ਉਹ ਇੰਡੀਆ ਵਿੱਚ ਹੀ ਹੁੰਦੀ ਹੈ। FAO ਯਾਨੀ ਕਿ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦਾ ਇਹ ਡਾਟਾ ਹੈ। ਵੈਰੀ ਵੈਲ ਤੁਸੀਂ ਇਹ ਯੂਜ਼ ਕਰ ਸਕਦੇ ਹੋ, ਇਹ ਪੋਜ਼ਿਟਿਵ ਡਾਟਾ ਹੈ। ਆਪਦੇ ਆਨਸਰਸ ਵਿੱਚ ਲਿਖੋ, ਇਹਨੂੰ ਯੂਜ਼ ਕਰੋ, ਬਹੁਤ ਹੀ ਕੰਮ ਆਏਗਾ, ਤੁਹਾਨੂੰ ਮਾਰਕਸ ਜ਼ਿਆਦਾ ਦਿਲਾਏਗਾ। ਬਟ ਇਸ਼ੂ ਕਿਆ ਹੈ, ਕੰਜ਼ੰਪਸ਼ਨ ਆਫ ਮਿਲਟਸ ਬਹੁਤ ਘੱਟ ਹੈ। ਅਗਰ ਤੁਸੀਂ NSSO ਦਾ ਡਾਟਾ ਦੇਖੋ ਤਾਂ ਸਿਰਫ 10% ਆਫ ਇੰਡੀਅਨ ਹਾਊਸਹੋਲਡਸ ਜਿਹੜੇ ਆ ਅੱਜ ਕੱਲ੍ਹ ਮਿਲਟਸ ਜਿਹੜੀਆਂ ਕੰਜ਼ਿਊਮ ਕਰਦੇ ਨੇ। ਠੀਕ ਹੈ, ਪੁਰਾਣੇ ਜ਼ਮਾਨੇ 'ਚ ਦੇਖੋ ਆਪਾਂ ਜਵਾਰ, ਰਾਗੀ ਵਗੈਰਾ ਬਹੁਤ ਖਾਂਦੇ ਸੀ, ਬਟ ਇਹ ਗ੍ਰੀਨ ਰੈਵੋਲਿਊਸ਼ਨ ਦੀ ਵਜ੍ਹਾ ਤੋਂ ਕਿਆ ਹੋਇਆ ਕਿ ਹੁਣ ਆਪਣਾ ਕ੍ਰੌਪਿੰਗ ਪੈਟਰਨ ਉਹ ਰਾਈਸ ਵੀਟ ਦੇ ਤਰਫ ਸ਼ਿਫਟ ਹੋ ਗਿਆ ਹੈ। ਰਾਈਸ ਵੀਟ ਸਸਤੇ ਵੀ ਮਿਲਦੇ ਨੇ, ਈਜ਼ੀਲੀ ਅਵੇਲੇਬਲ ਵੀ ਨੇ, ਤਾਂ ਆਪਣਾ ਫੂਡਿੰਗ ਪੈਟਰਨ ਵੀ ਜਿਹੜਾ ਹੈ ਚੇਂਜ ਹੋ ਗਿਆ ਹੈ, ਰਾਈਸ ਵੀਟ ਤੇ ਡਿਪੈਂਡੈਂਟ ਹੋ ਗਿਆ ਹੈ। ਰਾਈਸ ਵੀਟ ਦੇਖੋ ਬਹੁਤ ਹੈਲਥ ਲਈ ਬਹੁਤ ਜ਼ਿਆਦਾ ਅੱਛੀ ਕ੍ਰੌਪਸ ਨਹੀਂ ਹੈਗੀਆਂ, ਤਾਂ ਇਸੀलिए ਹੈਲਥ ਕੰਸਰਨਸ ਵੀ ਕਾਫੀ ਰੇਜ਼ ਹੋ ਰਹੇ ਹੈ। ਦੈਟ ਇਜ਼ ਵਾਈ ਮਿਲਟ ਨੂੰ ਸਿਗਨੀਫਿਕੈਂਸ ਦਿੱਤਾ ਜਾਂਦਾ ਹੈ ਕਿ ਉਹ ਸਿਰਫ ਰਿਜ਼ੀਲੀਐਂਟ ਕ੍ਰੌਪਸ ਨਹੀਂ ਹੈ, ਉਹ ਹੈਲਥ ਲਈ ਵੀ ਬਹੁਤ ਹੀ ਸਿਗਨੀਫਿਕੈਂਟ ਕ੍ਰੌਪਸ ਹੈ। ਠੀਕ ਹੈ ਜੀ, ਇਹ ਕੁਝ ਹੋਰ ਡਾਟਾ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਹੁਣ ਸਿਗਨੀਫਿਕੈਂਸ ਕਰ ਲਈਏ, ਜਿਹੜਾ ਕਿ ਬਹੁਤ ਇੰਪੋਰਟੈਂਟ ਪਾਰਟ ਹੈ, ਇਸ ਤੇ ਹੀ ਤੁਹਾਨੂੰ ਕੁਐਸਚਨ ਆਊਗਾ ਕਿ ਮਿਲਟਸ ਨੂੰ ਇੰਨਾ ਸਿਗਨੀਫਿਕੈਂਸ ਕਿਉਂ ਦਿਆ ਜਾ ਰਿਹਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂ ਗਵਰਨਮੈਂਟ ਜਿਹੜੀ ਹੈ 2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕਰਾਉਣਾ ਚਾਹ ਰਹੀ ਹੈ। ਸਭ ਤੋਂ ਪਹਿਲਾਂ ਅਗਰ ਤੁਸੀਂ ਦੇਖੋ ਤਾਂ ਬਹੁਤ ਸਾਰੇ ਹੈਲਥ ਬੈਨੀਫਿਟਸ ਹੈ। ਮਿਲਟਸ ਜਿਹੜੀਆਂ ਹੈ ਬਹੁਤ ਹੀ ਸਿਗਨੀਫਿਕੈਂਟ ਕ੍ਰੌਪ ਹੈ, ਇਹਨਾਂ ਦੇ ਬਹੁਤ ਸਾਰੇ ਹੈਲਥ ਬੈਨੀਫਿਟਸ ਹੈ। ਤੁਸੀਂ ਕਹਿ ਸਕਦੇ ਹੋ ਡਾਇਬਟੀਜ਼ ਨੂੰ ਫਾਈਟ ਕਰਨਾ, ਹੈਲਥ ਡਿਸੀਜ਼ਸ ਨੂੰ ਫਾਈਟ ਕਰਨਾ, ਇਹ ਸਭ ਮਿਲਟਸ ਦਾ ਇੱਕ ਪ੍ਰੋਪਰਟੀ ਹੈ। ਰਾਈਸ ਵਗੈਰਾ ਤੁਸੀਂ ਦੇਖੋ, ਡਾਇਬਟੀਜ਼ ਦੇ ਪੇਸ਼ੈਂਟ ਰਾਈਸ ਨਹੀਂ ਖਾ ਸਕਦੇ, ਸ਼ੂਗਰ ਕੰਟੈਂਟ ਵਗੈਰਾ ਕਾਫੀ ਡੇਂਜਰਸ ਹੁੰਦਾ ਹੈ, ਪਰ ਮਿਲਟਸ ਐਸਾ ਕੁਛ ਨਹੀਂ ਹੈ। ਮਿਲਟਸ ਰਾਦਰ ਆਪਾਂ ਨੂੰ ਡਿਸੀਜ਼ਸ ਤੋਂ ਪ੍ਰੀਵੈਂਟ ਕਰਦੇ ਹੈ, ਤਾਂ ਹੈਲਥ ਬੈਨੀਫਿਟਸ ਬਹੁਤ ਹੈ। ਨਿਊਟ੍ਰੀਸ਼ਨ ਬਹੁਤ ਹੁੰਦਾ ਹੈ ਕ੍ਰੌਪਸ 'ਚ, ਆਇਰਨ, ਕੈਲਸ਼ੀਅਮ, ਫਾਈਬਰ,
ਪ੍ਰੋਟੀਨ ਬਹੁਤ ਹਾਈ ਕੁਆਂਟੀਟੀ 'ਚ ਹੈ। ਤਾਂ ਨਿਊਟ੍ਰੀਸ਼ਨਲ ਸਿਕਿਉਰਿਟੀ ਇੰਡੀਆ ਦੀ ਇਨਸ਼ੋਰ ਕਰਨ ਲਈ ਇਹ ਬਹੁਤ ਕੰਮ ਆਉਣਗੇ। ਇਹਨਾਂ ਨੂੰ ਨਿਊਟ੍ਰੀਸ਼ਨ ਦਾ ਪਾਵਰ ਹਾਊਸ ਵੀ ਕਿਹਾ ਗਿਆ ਹੈ ਗਵਰਨਮੈਂਟ ਦੁਆਰਾ। ਇਹਨਾਂ ਨੂੰ ਨਿਊਟਰੀ ਸੀਰੀਅਲਸ ਦਾ ਨਾਮ, ਮਿਲਟਸ ਆਰ ਆਲਸੋ ਕਾਲਡ ਐਜ਼ ਨਿਊਟਰੀ ਸੀਰੀਅਲਸ। ਇਹ ਸਾਰੇ ਕੀਵਰਡਸ ਹੈ, ਇਹਨਾਂ ਨੂੰ ਆਨਸਰ 'ਚ ਯੂਜ਼ ਕਰੋ, ਤੁਹਾਨੂੰ ਕਾਫੀ ਮਾਰਕਸ ਮਿਲਣਗੇ। ਨਿਊਟ੍ਰੀਸ਼ਨਲ ਸਿਕਿਉਰਿਟੀ, ਪਾਵਰ ਹਾਊਸ ਆਫ ਨਿਊਟ੍ਰੀਸ਼ਨ, ਨਿਊਟਰੀ ਸੀਰੀਅਲਸ ਕਿਹਾ ਜਾ ਰਿਹਾ ਹੈ, ਠੀਕ ਹੈ। ਇਹ ਸਭ ਵਰਡਸ ਤੁਸੀਂ ਯੂਜ਼ ਕਰ ਸਕਦੇ ਹੋ। ਜਿਵੇਂ ਜਿਵੇਂ ਤੁਸੀਂ ਆਨਸਰ ਲਿਖਣ ਦੀ ਪ੍ਰੈਕਟਿਸ ਕਰੋਗੇ ਤੁਹਾਨੂੰ ਯੂਜ਼ ਦਾ ਵੀ ਸਮਝ ਆ ਜਾਏਗਾ। ਹਜੇ ਸਿਰਫ ਆਪਦੇ ਕੋਲੇ ਕੀਵਰਡਸ ਲਿਖ ਕੇ ਰੱਖੋ, ਬਾਅਦ 'ਚ ਤੁਸੀਂ ਇਹਨਾਂ ਨੂੰ ਯੂਜ਼ ਵੀ ਕਰ ਪਾਓਗੇ। ਇਹਦੇ ਦੇਖੋ ਇਕਨੋਮਿਕ ਬੈਨੀਫਿਟਸ ਵੀ ਹੈ। ਅਗਰ ਤੁਸੀਂ ਦੇਖੋ 85% ਜਿਹੜੇ ਆਪਣੇ ਇੰਡੀਆ ਦੇ ਸਮਾਲ ਫਾਰਮਰਸ ਹੈ ਉਹ ਮਿਲਟਸ ਨੂੰ ਗਰੋ ਕਰਦੇ ਨੇ, ਇसीलिए ਇਕਨੋਮਿਕ ਬੈਨੀਫਿਟ ਵੀ ਬਹੁਤ ਹੈ। ਅਗਰ ਆਪਾਂ ਮਿਲਟਸ ਪ੍ਰਮੋਟ ਕਰਦੇ ਹਾਂ ਮਤਲਬ ਆਪਣੇ 85% ਸਮਾਲ ਫਾਰਮਰਸ ਨੂੰ ਵੀ ਆਪਾਂ ਸਪੋਰਟ ਕਰ ਪਾਵਾਂਗੇ, ਠੀਕ ਹੈ ਜੀ। ਇसीलिए ਇਹ ਬਹੁਤ ਸਿਗਨੀਫਿਕੈਂਟ ਹੈ। ਫਿਰ ਕਲਾਈਮੇਟ ਰਿਜ਼ੀਲੀਐਂਟ ਹੈ, ਜਿਵੇਂ ਤੁਹਾਨੂੰ ਕਿਹਾ ਮੈਂ, ਬਹੁਤ ਹੀ ਘੱਟ ਵਾਟਰ ਰਿਕੁਆਇਰਮੈਂਟਸ ਹੈ, ਕਿਸੇ ਵੀ ਪ੍ਰਕਾਰ ਦੀ ਸੋਇਲ ਤੇ ਵੀ ਇਹ ਗਰੋ ਕਰ ਸਕਦੀ ਹੈ, ਹਾਰਸ਼ ਟੈਂਪਰੇਚਰ ਕੰਡੀशंस 'ਚ ਵੀ ਇਹ ਸਰਵਾइव करती है, इसीलिए मिलेट्स अगेन बहुत इंपॉर्टेंट है। इन्वायरमेंट फ्रेंडली भी है, ये भी कार्बन एमिशंस वगैरह कंपेयर टू राइस बहुत घट है। राइस तुसी देखो बहुत मीथेन एमिशन होंदी है राइस की ग्रोथ नाल, जिन्ना स्टैगनेंट वाटर है, जिन्ना वेस्ट वो प्रोड्यूस करदियां हैं। कंपैरेटिवली मिलेट्स ਜਿਹੜੀਆਂ है इन्वायरमेंट फ्रेंडली है, घट कार्बन एमिशंस क्रिएट करदियां हैं। ਹੁਣ ਇਹ ਦੇਖੋ ਕਿ ਫੋਰਨ ਪਾਲਿਸੀ ਲਈ ਵੀ ਇਹ ਬਹੁਤ ਇੰਪੋਰਟੈਂਟ ਹੈ। ਆ ਬਹੁਤ ਹੀ ਅੱਛਾ ਪੁਆਇੰਟ ਹੈ। ਤੁਸੀਂ ਖੁਦ ਸੋਚੋ ਕਿ ਮਿਲਟਸ ਇੰਡੀਆ ਦੀ ਫੋਰਨ ਪਾਲਿਸੀ ਲਈ ਕਿਵੇਂ ਇੰਪੋਰਟੈਂਟ ਹੈ। ਦੇਖੋ ਸਮਝੋ, ਮਿਲਟਸ ਜਿਹੜੀਆਂ ਹੈ ਮੇਜਰਲੀ ਗਰੀਬ ਦੇਸ਼ਾਂ 'ਚ ਜਾਂ ਲੋ ਇਨਕਮ ਵਾਲੇ ਦੇਸ਼ਾਂ 'ਚ ਗਰੋ ਹੁੰਦੀਆਂ ਹੈ। ਤੁਸੀਂ ਦੇਖੋ ਕਿ ਮਿਲਟਸ ਜਿਹੜੀਆਂ ਕਮਰਸ਼ੀਅਲ ਕ੍ਰੌਪਸ ਨਹੀਂ ਹੈ ਜ਼ਿਆਦਾਤਰ, ਤਾਂ ਇसीलिए ਲੋ ਇਨਕਮ ਵਾਲੇ ਡਿਵੈਲਪਿੰਗ ਦੇਸ਼ ਏਸ਼ੀਆ ਅਫਰੀਕਾ ਦੇ ਇਹਨਾਂ ਨੂੰ ਗਰੋ ਕਰਦੇ ਨੇ। Now by promoting millets, they 2023 as international year of millets, इंडिया जो है इन्ना सारी कंट्रीज की लीडरशिप लै रहा है, इन्ना सारी कंट्रीज के कंसर्नस नू वर्ल्ड स्टेज ते लैके आ रहा है। तो जिवें सोलर एनर्जी इंडिया ने इंटरनेशनल सोलर अलायंस नाल सारी दुनिया की तुसीं कह सकते हो लीडरशिप लिती है इन सोलर एनर्जी, उसे तरह हुण मिलट्स के थ्रू इंडिया फॉरेन पॉलिसी ਦੇ ਵਿੱਚ ਲੀਡਰਸ਼ਿਪ ਲੈ ਰਿਹਾ ਹੈ ਇਨ੍ਹਾਂ ਕੰਟਰੀਜ਼ ਦੀ। ਤਾਂ इसीलिए अपने फॉरेन मिनिस्टर जयशंकर साहब ने भी कहा है कि ये बहुत ही इंपॉर्टेंट फॉरेन पॉलिसी अपना एलिमेंट है मिलट्स ਨੂੰ प्रमोट करना, ठीक है जी। ये सब इन्हों के बेनीफिट्स ने। एक्सपोर्ट्स अर्निंग भी बहुत ज़्यादा इंडिया ਨੂੰ ਹੁੰਦੀਆਂ ਨੇ। इंडिया के एक्सपोर्ट ਜਿਹੜੇ ਆ मिलट ਦੇ ਉਹ ਵੀ ਵੱਧ ਰਹੇ ਨੇ। ਜਿਵੇਂ ਜਿਵੇਂ ਆਪਾਂ ਜ਼ਿਆਦਾ एक्सपोर्ट करते हैं ਇਹਦਾ ਮਤਲਬ ਹੈ ਕਿ ਆਪਾਂ ਫੋਰਨ ਐਕਸਚੇਂਜ ਜਿਹੜਾ ਹੈ ਉਹ ਅਰਨ ਕਰਦੇ ਹਾਂ। ਫੋਰਨ ਐਕਸਚੇਂਜ ਅਰਨ ਕਰਨ ਨਾਲ ਆਪਣਾ ਜਿਹੜਾ ਡੈਫਿਸਿਟ ਵਗੈਰਾ ਵੀ ਹੈ ਉਹ ਰਿਡਿਊਸ ਹੁੰਦਾ ਹੈ। ਇਹ ਥੋੜੀ ਡਿਟੇਲਡ ਪੁਆਇੰਟ ਹੈ, ਜਦ ਤੁਸੀਂ ਇਕਨੋਮੀ ਪੜ੍ਹ ਲਓਗੇ ਇਹਨੂੰ ਈਜ਼ੀਲੀ ਸਮਝ ਸਕਦੇ ਹੋ। ਹਜੇ ਲਈ ਸਿਰਫ ਲਿਖ ਕੇ ਰੱਖੋ। तो ਇਹ ਸਭ ਇਹਦੇ ਬੈਨੀਫਿਟਸ ਨੇ, ਇसीलिए ਇੰਡੀਆ ਇਹਨਾਂ ਨੂੰ ਪ੍ਰਮੋਟ ਕਰ ਰਿਹਾ ਹੈ। ਇੰਡੀਆ ਨੇ ਕਾਫੀ ਸਾਰੇ ਇਨੀਸ਼ੀਏਟਿਵਸ ਲਿੱਤੇ ਹੈ ਮਿਲਟ ਨੂੰ ਪ੍ਰਮੋਟ ਕਰਨ ਲਈ। ਇੰਟਰਨੈਸ਼ਨਲ ਈਅਰ ਆਫ ਮਿਲਟਸ ਓਬਵੀਅਸਲੀ ਡਿਕਲੇਅਰ ਕਰਾਇਆ ਹੈ 2023। ਪ੍ਰਾਈਮ ਮਿਨਿਸਟਰ ਮੋਦੀ ਮਿਲਟ ਲੰਚ ਵੀ ਹੋਸਟ ਕੀਤਾ ਹੈ ਇਹਨਾਂ ਨੇ 20 ਦਸੰਬਰ ਨੂੰ ਐਮਪੀਜ਼ ਲਈ, ਤਾਂ ਕਿ ਮਿਲਟਸ ਦੀ ਸਿਗਨੀਫਿਕੈਂਸ ਐਜ਼ ਅਵਰ ਫੂਡ ਆਈਟਮ ਪੋਰਟਰੇ ਕੀਤੀ ਜਾਵੇ। ਪ੍ਰਾਈਮ ਮਿਨਿਸਟਰ ਇਹ ਵੀ ਕਹਿ ਰਹੇ ਨੇ ਕਿ ਮਿਲਟਸ ਜਿਹੜਾ ਹੈ ਆਪਣਾ ਫਿਊਚਰ ਫੂਡ ਆਪਸ਼ਨ ਹੋ ਸਕਦਾ ਹੈ, ਕਿਉਂਕਿ ਓਬਵੀਅਸਲੀ ਨਿਊਟ੍ਰੀਸ਼ਨਲ ਸਿਕਿਉਰਿਟੀ ਹੈ। ਪੁਰਾਣੇ ਜ਼ਮਾਨੇ 'ਚ ਆਪਾਂ ਮਿਲਟਸ ਬਹੁਤ ਖਾਂਦੇ ਸੀ, ਇਹ ਤਾਂ ਗ੍ਰੀਨ ਰੈਵੋਲੂਸ਼ਨ ਦੇ ਅੰਡਰ ਆਪਣਾ ਡਾਈਟ ਪੈਟਰਨ ਜਿਹੜਾ ਚੇਂਜ ਹੋ ਗਿਆ ਹੈ। ਤਾਂ ਮੋਦੀ ਜੀ ਵਹੀ कहना चाह रहे हैं, वही अवेयरनेस जी क्रिएट करना चाह रहे हैं कि ये ज़्यादा हेल्दीयर क्रॉप्स है, आपानू अगैन मिलट्स पे स्विच करना चाहिए है, ठीक है जी। इसी तरीके नाल उन्होंने कहा है कि इट इज़ गुड फॉर कंज्यूमर, अपने लोगों लिए ये अच्छी है। कल्टीवेटर स्मॉल फार्मर भी लिए बहुत अच्छी है, उन्होंने ना ज़्यादा इनपुट्स देने की लोड़ है, ना पानी ज़्यादा देने की लोड़ है, ना ज़्यादा सॉयल पर खर्चा करने की लोड़ है, फर्टिलाइजर पेस्टिसाइड ज़्यादा लाने की लोड़ नहीं। ਤਾਂ ਕਲਟੀਵੇਟਰ ਲਈ ਵੀ ਇਹ ਚੰਗੀਆਂ ਹੈ ਤੇ ਕਲਾਈਮੇਟ ਲਈ ਵੀ ਓਬਵੀਅਸਲੀ ਚੰਗੀਆਂ ਨੇ। ਪੋਲਿਊਸ਼ਨ ਘੱਟ ਕ੍ਰੀਏਟ ਕਰਦੀਆਂ ਨੇ, ਗ੍ਰੀਨ ਹਾਊਸ ਗੈਸਿਸ ਘੱਟ ਕ੍ਰੀਏਟ ਕਰਦੀਆਂ ਨੇ। ਤਾਂ ਇਹ ਬਹੁਤ ਹੀ ਅੱਛੀ ਲਾਈਨ ਹੈ, ਇਹ ਤੁਸੀਂ ਆਪਣੇ ਕੋਲ ਲਿਖ ਕੇ ਰੱਖੋ। ਇਹਦੇ ਨਾਲ ਤੁਸੀਂ ਆਪਣਾ ਆਨਸਰ ਸਟਾਰਟ ਕਰ ਸਕਦੇ ਹੋ ਜਾਂ ਐਂਡ ਕਰ ਸਕਦੇ ਹੋ। ਦੇ ਆਰ ਗੁੱਡ ਫॉर ਕੰਜ਼ਿਊਮਰ, ਕਲਟੀਵੇਟਰ ਐਂਡ ਕਲਾਈਮੇਟ, ਐਂਡ ਸੋ ਵੀ ਸ਼ੁੱਡ ਪ੍ਰਮੋਟ ਮਿਲਟ ਫਾਰਮਿੰਗ ਇਨ ਇੰਡੀਆ।
ठीक है जी। इसीलिए देखो ये सारियां कीवर्ड्स हैं ਤੁਸੀਂ ਜਿਹੜੇ ਯੂਜ਼ ਕਰ ਸਕਦੇ ਹੋ। ਇੰਡੀਅਨ ਗਵਰਨਮੈਂਟ ਦੇ ਇਨੀਸ਼ੀਏਟਿਵਸ ਆਪਾਂ ਡਿਸਕਸ ਕਰ ਰਹੇ ਹਾਂ। ਇੰਟਰਨੈਸ਼ਨਲ ਈਅਰ ਆਫ ਮਿਲਟ ਡਿਕਲੇਅਰ ਕੀਤਾ ਹੈ, ਮਿਲਟ ਲੰਚ ਲਾਂਚ ਕੀਤਾ ਹੈ। ਅੱਗੇ ਤੁਸੀਂ ਦੇਖੋ ਮਿਲਟਸ ਦੇ ਐਕਸਪੋਰਟਸ ਨੂੰ ਪੁਸ਼ ਕਰਨ ਲਈ ਮਿਲਟ ਸਮਾਰਟ ਨਿਊਟ੍ਰੀਟਿਵ ਫੂਡ ਇਹ ਇੱਕ ਯੂ ਕੈਨ ਸੇ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਜਿੱਥੇ ਕਿ ਮਿਲਟ ਦੇ ਐਕਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ। MSP ਵੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਹਾਲਾਂਕਿ ਹਜੇ ਸਿਰਫ 3 ਮਿਲਟ ਕ੍ਰੌਪਸ ਲਈ MSP ਅਵੇਲੇਬਲ ਹੈ, ਬਟ ਅੱਗੇ ਜਾ ਕੇ ਵੀ ਆਪਾਂ ਹੋਪ ਕਰ ਸਕਦੇ ਹਾਂ ਕਿ ਗਵਰਨਮੈਂਟ MSP ਨੂੰ ਵੀ ਹੋਰ ਵਧਾਏਗੀ। ਠੀਕ ਹੈ। ਇੰਟਰਨੈਸ਼ਨਲ ਈਅਰ ਆਫ ਮਿਲਟਸ ਇਨੀਸ਼ੀਏਟਿਵਸ ਕਰਕੇ ਦੇਖੋ ਇੱਕ ਇੱਕ ਕੀਵਰਡ ਯਾਦ ਰੱਖਣਾ ਹੁੰਦਾ। ਆਪਾਂ ਸਾਰੀਆਂ ਲਾਈਨਾਂ ਨਹੀਂ ਯਾਦ ਰੱਖਣੀਆਂ, ਉਹ ਤਾਂ ਆਪਾਂ ਖੁਦ ਬਣਾ ਸਕਦੇ ਹਾਂ। ਇੰਗਲਿਸ਼ ਤਾਂ ਆਪਾਂ ਨੂੰ ਆਉਂਦੀ ਹੈ। बस इनिशिएटिव्स गवर्नमेंट दे क्या है, इंटरनेशनल ईयर ऑफ मिलट्स MSP गवर्नमेंट दे रही है ते एक्सपोर्ट प्रमोशन ਲਈ ਵੀ ਗਵਰਨਮੈਂਟ ਕੰਮ ਕਰ ਰਹੀ ਹੈ। ਤੁਸੀਂ ਲਿਖ ਸਕਦੇ ਹੋ ਅਪੈਡਾ ਦੇ ਥਰੂ। ਐਗਰੀਕਲਚਰ ਐਕਸਪੋਰਟ ਦੀ ਇਹ ਇੰਪੋਰਟੈਂਟ ਅਥਾਰਟੀ ਹੈ, ਇਹਦਾ ਨਾਮ ਤੇ ਡਿਟੇਲਸ ਯਾਦ ਰੱਖੋ। ਇਹਦੇ ਥਰੂ ਐਕਸਪੋਰਟਸ ਪ੍ਰਮੋਟ ਕੀਤੇ ਜਾ ਰਹੇ ਆ ਮਿਲਟ ਦੇ। ਸਟਾਰਟਅਪ ਇਨੋਵੇਸ਼ਨ, ਮਿਲਟ ਸਟਾਰਟਅਪ ਇਨੋਵੇਸ਼ਨ ਜਿਹੜਾ ਇਹ ਚੈਲੰਜ ਜਿਹੜਾ ਹੈ ਗਵਰਨਮੈਂਟ ਨੇ ਥਰੋ ਕੀਤਾ ਹੈ ਸਟਾਰਟਅਪਸ ਨੂੰ ਨਵੇਂ ਸੋਲਿਊਸ਼ਨ ਕਮ ਆਊਟ ਕਰਨ ਲਈ ਕਿ ਮਿਲਟਸ ਨਾਲ ਰਿਲੇਟਡ ਅੱਛੇ ਸੋਲਿਊਸ਼ਨਸ ਲਿਆਉਣ। ਮਿਲਟ ਮਿਸ਼ਨ ਕੰਟਰੀ ਵਿੱਚ ਲਾਂਚ ਹੋਇਆ ਹੈ ਤਾਂ ਕਿ ਮਿਲਟਸ ਨੂੰ ਪ੍ਰੋਸੈਸ ਕੀਤਾ ਜਾ ਸਕੇ ਤੇ ਲੋਕਾਂ ਤੱਕ ਲੈ ਕੇ ਜਾਇਆ ਜਾ ਸਕੇ। ਕੇਰਲਾ ਗਵਰਨਮੈਂਟ ਨੇ ਤਾਂ ਮਿਲਟ ਵਿਲੇਜ ਸਕੀਮ ਵੀ ਲਾਂਚ ਕੀਤੀ ਹੈ, ਰਾਈਟ। ਬਸ ਇਹ ਕੀਵਰਡਸ ਯਾਦ ਰੱਖੋ, ਹੋਰ ਤਾਂ ਆਪਾਂ ਸਾਰੀ ਸਟੋਰੀ ਬਣਾ ਹੀ ਲੈਣੀ ਹੈ ਨਾ ਜੀ। ਬਸ ਇਸ ਤਰੀਕੇ ਨਾਲ ਗਵਰਨਮੈਂਟ ਇਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਠੀਕ ਹੈ ਜੀ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਬਾਰੀ ਮੈਂ ਐਮਫਸਾਈਜ਼ ਕਰ ਰਹੀ ਹਾਂ। ਇਹ ਸਾਰੀ ਡਿਟੇਲਸ ਜਿਹੜੀਆਂ ਤੁਹਾਡੇ ਬਹੁਤ ਕੰਮ ਆਉਣਗੀਆਂ, ਇਹਨਾਂ ਸਭ ਨੂੰ ਯਾਦ ਕਰਕੇ ਰੱਖੋ। ਕਾਫੀ ਅੱਛੇ ਮਾਰਕਸ ਤੁਸੀਂ ਲੈ ਸਕਦੇ ਹੋ ਆਪਦੇ ਆਉਣ ਵਾਲੇ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਵਿੱਚ। ਠੀਕ ਹੈ ਜੀ। ਇਹ ਸੀ ਅੱਜ ਦੀ ਡਿਸਕਸ਼ਨ। ਹੋਪ ਕਰਦੇ ਹਾਂ ਕਿ ਤੁਹਾਨੂੰ ਇਹ ਕਾਫੀ ਹੈਲਪ ਕਰੇਗੀ। ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰੋ, ਸਾਡੇ ਟੈਲੀਗ੍ਰਾਮ ਚੈਨਲ ਨੂੰ ਫੋਲੋ ਕਰੋ ਅਤੇ ਉੱਥੇ ਤੁਹਾਨੂੰ ਇਹ PDF ਵੀ ਮਿਲ ਜੇਗੀ ਤਿਆਰ। ਠੀਕ ਹੈ ਜੀ। ਤਾਂ ਜੇ ਤੁਹਾਡਾ ਟਾਰਗੇਟ ਹੈ ਪੰਜਾਬ, ਫੋਲੋ ਕਰਦੇ ਰਹੋ ਸਿੱਧੀ ਪੰਜਾਬ। ਥੈਂਕ ਯੂ ਸੋ ਮਚ।